ਤੁਸੀਂ ਹਮਾਇਤ ਕਰਦੇ ਹੋ ਕਿਸਾਨ ਵਿਰੋਧੀ ਕਾਨੂੰਨਾਂ ਦੀ? ਇਹ ਸਿਆਸਤ ਤੋਂ ਪ੍ਰੇਰਿਤ ਅੰਦੋਲਨ ਹੈ, ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨਹੀਂ ਹੈ। ਗਰੇਵਾਲ ਸਾਹਿਬ ਜਿਹੜੇ ਉੱਥੇ ਲੱਖਾਂ ਲੋਕ ਬੈਠੇ ਨੇ, ਛੋਟੇ ਛੋਟੇ ਬੱਚੇ ਬੈਠੇ ਨੇ, ਬੀਬੀਆਂ ਬੈਠੀਆਂ ਨੇ, ਬਜ਼ੁਰਗ ਔਰਤਾਂ ਬੈਠੀਆਂ ਨੇ, ਪਿਓ ਦੀ ਉਮਰ ਦੇ ਬਾਬੇ ਬੈਠੇ ਨੇ, ਉਹ ਸਾਰੇ ਸਿਆਸਤ ਤੋਂ ਪ੍ਰੇਰਿਤ ਲੋਕ ਨੇ। ਉਹ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਕਿਹਾ ਵੀ ਗੁੰਮਰਾਹ ਕਰਕੇ ਲੈ ਗਏ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ। ਕੀ ਤੁਹਾਡੇ ਪਾਰਟੀ ਵੱਲੋਂ, ਪਾਰਟੀ ਦੇ ਕੁਝ ਲੀਡਰਸ ਵੱਲੋਂ ਉਹਨਾਂ ਨੂੰ ਅਤਵਾਦੀ ਕਿਹਾ ਗਿਆ? ਕਿ ਉੱਥੇ ਬੈਠੇ ਕਿਸਾਨ ਆਮ ਲੋਕ ਅਤਵਾਦੀ ਨੇ? ਤੁਹਾਡੇ ਕੋਲ ਕੀ ਸਬੂਤ ਆ ਕਿ ਇਹ ਦਰਸ਼ਨਪਾਲ ਨਕਸਲਾਈਟ ਹੈ? ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਲੋਕ ਵਸੇ ਹੋਏ ਨੇ, ਉੱਥੋਂ ਇਸ ਪ੍ਰੋਟੈਸਟ ਨੂੰ ਸਪੋਰਟ ਕਰ ਰਹੇ ਨੇ, ਸਮਰਥਨ ਦੇ ਰਹੇ ਨੇ, ਉੱਥੋਂ ਹੈਲੀਕਾਪਟਰ ਭਰ ਕੇ ਇੱਥੇ ਆ ਰਹੇ ਨੇ। ਉਹ ਵੀ ਲੋਕ ਅਨਪੜ੍ਹ ਗਵਾਰ ਨੇ, ਉਹ ਵੀ ਲੋਕ ਪਾਗਲ ਨੇ? ਸਿਰਫ ਬੀਜੇਪੀ ਦੇ ਲੋਕ ਸਿਆਣੇ ਨੇ ਤੇ ਉਹੀ ਸਹੀ ਨੇ? ਕੋਈ ਲੋਕ ਨਹੀਂ ਆ ਰਹੇ ਹੈਲੀਕਾਪਟਰ ਭਰ ਕੇ, ਉਹ ਉਹੀ ਲੋਕ ਨੇ ਜਿਹੜੇ ਪਹਿਲਾਂ ਦੇਸ਼ ਦਾ ਵਿਰੋਧ ਕਰਦੇ ਸੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਸਾਡੇ ਖਾਸ ਪ੍ਰੋਗਰਾਮ ਬਾਈ ਦਾ ਅਖਾੜਾ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸੋ ਅੱਜ ਜੋ ਸਾਡੇ ਨਾਲ ਰੂਬਰੂ ਹੋਣ ਜਾ ਰਹੇ ਨੇ ਇਸ ਖਾਸ ਐਪੀਸੋਡ ਦੇ ਵਿੱਚ, ਉਹ ਨੇ ਬੀਜੇਪੀ ਲੀਡਰ ਹਰਜੀਤ ਗਰੇਵਾਲ ਜੀ। ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ ਸਾਂਝਾ ਟੀਵੀ ਦਾ। ਗਰੇਵਾਲ ਸਾਹਿਬ, ਪਿਛਲੇ 9.5 ਮਹੀਨਿਆਂ ਤੋਂ ਇੱਕ ਕਿਸਾਨੀ ਸੰਘਰਸ਼ ਚੱਲ ਰਿਹਾ। ਪੰਜਾਬ ਦੇ ਕਿਸਾਨ ਹੋ ਗਏ, ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਹੋ ਗਏ, ਬੀਜੇਪੀ ਦੇ ਖਿਲਾਫ ਆਵਾਜ਼ ਬੁਲੰਦ ਹੈ, ਦੇਸ਼ ਦੀ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਹੈ ਕਿ ਕਿਸਾਨ ਵਿਰੋਧੀ ਕਾਨੂੰਨ ਜੋ ਬੀਜੇਪੀ ਵੱਲੋਂ ਬਣਾਏ ਗਏ ਨੇ। ਤੁਹਾਡਾ ਵੀ ਬਾਈਕਾਟ ਹੋਇਆ, ਤੁਹਾਡੇ ਖਿਲਾਫ ਵੀ ਪ੍ਰੋਟੈਸਟ ਹੋਇਆ, ਬਹੁਤ ਸਾਰੀਆਂ ਚੀਜ਼ਾਂ ਚੱਲੀਆਂ। ਬੀਜੇਪੀ ਦੇ ਲੀਡਰ ਸਟੈਂਡ ਕਿਉਂ ਨਹੀਂ ਲੈਂਦੇ ਕੇਂਦਰ ਸਰਕਾਰ ਦੇ ਅੱਗੇ ਆਪਣੇ ਪੰਜਾਬ ਨੂੰ ਲੈ ਕੇ? ਕੀ ਗਲਤ ਕਰਤਾ ਕੇਂਦਰ ਸਰਕਾਰ ਨੇ? ਤੁਸੀਂ ਹਮਾਇਤ ਕਰਦੇ ਹੋ ਕਿਸਾਨ ਵਿਰੋਧੀ ਕਾਨੂੰਨਾਂ ਦੀ? ਕਿਸਾਨ ਵਿਰੋਧੀ ਨੇ ਕਾਨੂੰਨ? ਤੁਸੀਂ ਦੱਸੋ। ਨਹੀਂ, ਮੈਂ ਜਿਹੜੇ ਪੰਜਾਬ ਦੇ ਅੰਨਦਾਤਾ ਨੇ, ਪੰਜਾਬ ਦੇ ਕਿਸਾਨ ਨੇ ਜੀ। ਇਹੀ ਮੈਨੂੰ ਮੀਡੀਆ ਦਾ ਅਫਸੋਸ ਆ ਕਿ ਜੋ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਰਦੇ ਹੋ। ਮੈਂ ਉਹ ਕਾਨੂੰਨ 5 ਵਾਰ ਅੰਗਰੇਜ਼ੀ 'ਚ ਪੜ੍ਹੇ, ਫਿਰ 5 ਵਾਰ ਹੀ ਉਹਨਾਂ ਨੂੰ ਹਿੰਦੀ 'ਚ ਪੜ੍ਹਿਆ ਕਿ ਸ਼ਾਇਦ ਮੇਰੀ ਅੰਗਰੇਜ਼ੀ ਕਮਜ਼ੋਰ ਹੋਵੇ। ਫਿਰ ਮਨ 'ਚ ਆਇਆ ਕਿ ਹਿੰਦੀ ਕਮਜ਼ੋਰ ਹੋ ਸਕਦੀ ਹੈ ਮੇਰੀ, ਅਤੇ ਮੈਨੂੰ ਪੰਜਾਬੀ 'ਚ ਪੜ੍ਹ ਲੈਣੇ ਚਾਹੀਦੇ ਆ। ਫਿਰ 5 ਵਾਰ ਹੀ ਪੰਜਾਬੀ 'ਚ ਵੀ ਪੜ੍ਹੇ, ਅਤੇ ਜਦੋਂ ਮੈਨੂੰ ਉਹਦੇ 'ਚ ਫਿਰ ਨਹੀਂ ਕਾਲਾ ਕੁਛ ਲੱਭਿਆ, ਅਤੇ ਫਿਰ ਮੈਂ 1-2 ਦੋਸਤਾਂ ਨੂੰ ਪੁੱਛਿਆ ਜਿਹੜੇ ਵਿਦਵਾਨ ਨੇ ਕਿ ਵੀ ਇਹ ਕਾਲਾ ਨਹੀਂ ਲੱਭ ਰਿਹਾ ਇਹਦੇ 'ਚ। ਉਹਨਾਂ ਨੇ ਮੈਨੂੰ ਕਿਹਾ ਇਹਦੇ 'ਚ ਕੁਛ ਕਾਲਾ ਨਹੀਂ ਹੈ। ਕਾਲਾ ਉਹਨਾਂ ਦੀ ਨਜ਼ਰ 'ਚ ਜਿਹੜੇ ਕਮਿਊਨਿਸਟ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਉਹ ਗੁੰਮਰਾਹ ਕਰਨ 'ਚ ਕਾਮਯਾਬ ਹੋ ਗਏ। ਉਹਨਾਂ ਨੂੰ 10 ਸਾਲ ਲੱਗੇ ਨੇ ਇਸ ਕੰਮ 'ਚ। ਔਰ ਇਹ ਸਿਆਸਤ ਤੋਂ ਪ੍ਰੇਰਿਤ ਅੰਦੋਲਨ ਹੈ, ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨਹੀਂ ਹੈ। ਹਾਂ, ਕਿਸਾਨ ਨੂੰ ਇਹ ਕਹਿ ਕੇ ਲੈ ਗਏ ਕਿ ਵੀ ਤੇਰੀ ਜ਼ਮੀਨ ਖੋਹ ਲੈਣੀ ਹੈ, ਖੋਹ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀ ਹੈ। ਨਾ ਤਾਂ ਉਹਦੇ ਜ਼ਮੀਨ ਖੋਹਣ ਦਾ ਕੋਈ ਐਸਾ ਕਲੌਜ਼ ਆ, ਅਤੇ ਨਾ ਹੀ ਕੋਈ ਗੱਲ ਆ, ਅਤੇ ਨਾ ਹੀ ਅਡਾਨੀ ਅੰਬਾਨੀ ਦਾ ਕੋਈ 2-2.5 ਏਕੜ ਜ਼ਮੀਨ ਨਾਲ ਕੁਛ ਬਣਨਾ, ਅਤੇ ਨਾ ਕਿਸੇ ਨੇ ਪਹਿਲਾਂ ਖੋਹੀ ਆ ਅਤੇ ਨਾ ਹੀ ਅੱਗੇ ਖੋਹਣੀ ਹੈ। ਅਤੇ ਜਦੋਂ ਜੱਟ ਨੂੰ ਇਹ ਕਹਿ ਦਿਓ ਨਾ, ਮੈਂ ਵੀ ਕਿਸਾਨ ਹਾਂ, ਜੱਟ ਵੀ ਹਾਂ, ਅਤੇ ਕਹਿ ਦਿਓ ਕਿ ਤੇਰੀ ਜ਼ਮੀਨ ਖੋਹ ਲੈਣੀ ਹੈ, ਅਤੇ ਫਿਰ ਉਹਨੂੰ ਲੱਗਦਾ ਕਿ ਵੀ ਜਾਂ ਹੁਣ ਮਰ ਜਾਵਾਂਗਾ ਇਹਨੂੰ ਜਾਂ ਮਾਰ ਦਿਆਂਗਾ। ਠੀਕ ਹੈ, ਅਤੇ ਉਹ ਮਰਨ 'ਤੇ ਹੋ ਕੇ ਆਏ ਨੇ। ਅਤੇ ਇਸ ਕਰਕੇ ਸਰਕਾਰ ਨੇ ਕੁਛ ਉਹਨਾਂ ਦਾ ਬੁਰਾ ਨਹੀਂ ਕੀਤਾ, ਬੀਜੇਪੀ ਨੇ ਕੁਛ ਬੁਰਾ ਨਹੀਂ ਕੀਤਾ, ਅਤੇ ਹੁਣ ਮੇਰੇ ਖਿਲਾਫ ਕੋਈ ਗੱਲ ਕਰਨ ਨਾਲ ਕੀ ਇਹ ਕਾਨੂੰਨ ਜਿਹੜੇ ਆ ਰਿਪੀਲ ਹੋ ਜਾਣਗੇ, ਜਾਂ ਗਰੀਬ ਵਰਕਰਾਂ 'ਤੇ ਜ਼ੁਲਮ ਕਰਨ ਵਾਲੇ ਕਾਨੂੰਨ ਰਿਪੀਲ ਹੋ ਜਾਣਗੇ? ਤੁਸੀਂ ਮੀਡੀਆ ਕਦੇ ਵੀ ਇਹ ਨਹੀਂ ਕਹਿੰਦਾ ਕਿ ਬਈ MLA ਦੀ ਮੌਬ ਲਿੰਚਿੰਗ ਹੋਈ, ਉਹ ਗਲਤ ਹੋਈ। ਬੀਜੇਪੀ ਦੇ ਵਰਕਰਾਂ ਦੇ ਅਦਾਰੇ ਬੰਦ ਕਰ ਰਹੇ ਆ, ਦੁਕਾਨਾਂ ਬੰਦ ਕਰ ਰਹੇ ਆ, ਉਹ ਗਲਤ ਹੋਈ। ਔਰ ਅੱਜ ਅਕਾਲੀ ਦਲ, ਪਹਿਲਾਂ ਬੜੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ, ਬਾਕੀ ਵੀ ਮੀਡੀਆ 'ਚ TV 'ਤੇ ਬੈਠ ਕੇ ਇਹ ਕਹਿੰਦੇ ਹੁੰਦੇ ਸੀ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ। ਮੈਂ ਇੱਕ ਵਾਰ ਮੈਨੂੰ ਕਿਹਾ, ਮੈਂ ਕਿਹਾ ਵੀ ਮੈਂ ਤਾਂ ਪਿੰਡਾਂ ਦਾ ਹੀ ਰਹਿਣ ਵਾਲਾ, ਪਿੰਡਾਂ 'ਚ ਹੀ ਵੜਨਾ, ਪਰ ਬਾਦਲ ਸਾਹਿਬ ਸਾਡੇ ਵੱਲ ਤੁਸੀਂ ਇੱਕ ਉਂਗਲ ਕਰ ਰਹੇ ਹੋ, ਤੁਹਾਡੇ ਵੱਲ 3 ਹੋ ਗਈਆਂ। ਅਤੇ ਅੱਜ ਕਿਉਂ ਰੋ ਕੇ ਕਹਿੰਦੇ ਆ ਕਿ ਸਾਡੇ 'ਤੇ ਉੱਥੇ ਬਾਰਡਰ 'ਤੇ ਰੋਕ ਲਿਆ ਜੀ, ਟਿਕਰੀ ਬਾਰਡਰ 'ਤੇ ਸਾਨੂੰ ਅਪਮਾਨਿਤ ਕੀਤਾ ਜੀ, ਸਿੰਘੂ ਬਾਰਡਰ 'ਤੇ ਸਾਨੂੰ ਅਪਮਾਨਿਤ ਕੀਤਾ ਜੀ? ਕਿਉਂ ਕਹਿੰਦੇ ਆ? ਇਹ ਅੰਦੋਲਨ ਹਿੰਸਕ ਆ, ਇਹ ਅੰਦੋਲਨ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਆ, ਇਹ ਅੰਦੋਲਨ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨਹੀਂ। ਕਿਸਾਨ ਹਿੱਤਾਂ ਤੋਂ ਪ੍ਰੇਰਿਤ ਹੁੰਦਾ ਤੇ ਅੱਜ ਜੋ ਵੀ ਇਹ ਕਹਿਣ ਮੋਦੀ ਜੀ ਮੰਨਣ ਵਾਸਤੇ ਤਿਆਰ ਆ। ਉਹ ਕਿਸੇ ਸਾਡੇ ਤੇ ਗੋਲੀਆਂ ਮਾਰਨ ਨਾਲ, ਕਿਸੇ ਹੋਰ ਦੇ ਮਾਰਨ ਨਾਲ, ਇਹ ਜਿਹੜੇ ਕਮਿਊਨਿਸਟ ਨੇ ਉਹਨਾਂ ਦੀ ਇਹ ਆਦਤ ਹੁੰਦੀ ਹੈ, ਸੁਭਾਅ ਹੁੰਦਾ। ਤੇ
इस अंदोलन ते कम्युनिस्ट हावी हो गए। कम्युनिस्ट जी फैक्ट्री ते झंडा लाते हैं ना, वो फैक्ट्री बंद करा के जाते। गरेवाल साहब ਜਿਹੜੇ ਉੱਥੇ ਲੱਖਾਂ ਲੋਕ ਬੈਠੇ ਨੇ, ਛੋਟੇ ਛੋਟੇ ਬੱਚੇ ਬੈਠੇ ਨੇ, ਬੀਬੀਆਂ ਬੈਠੀਆਂ ਨੇ, ਬਜ਼ੁਰਗ ਔਰਤਾਂ ਬੈਠੀਆਂ ਨੇ, ਪਿਓ ਦੀ ਉਮਰ ਦੇ ਬਾਬੇ ਬੈਠੇ ਨੇ, ਉਹ ਸਾਰੇ ਸਿਆਸਤ ਤੋਂ ਪ੍ਰੇਰਿਤ ਲੋਕ ਨੇ। शाबाश, ਤੁਸੀਂ ਬਹੁਤ ਅੱਛਾ ਸਵਾਲ ਕਰਦੇ ਹੋ ਮੈਨੂੰ। ਮੈਂ ਕਦੋਂ ਕਿਹਾ ਉਹ ਸਿਆਸਤ ਤੋਂ ਪ੍ਰੇਰਿਤ ਨੇ? ਤੁਸੀਂ ਕਿਹਾ ਜਿਹੜਾ ਸੰਘਰਸ਼ ਹੈ ਸਿਆਸਤ ਤੋਂ ਪ੍ਰੇਰਿਤ। ਹਾਂ, ਸੰਘਰਸ਼ ਸਿਆਸਤ ਤੋਂ ਪ੍ਰੇਰਿਤ ਆ। ਉੱਥੇ ਜਿਹੜੇ ਲੋਕ ਬੈਠੇ ਨੇ ਸੰਘਰਸ਼ ਉਹ ਕਰ ਰਹੇ ਨੇ। ਨਹੀਂ, ਗੱਲ ਸੁਣ ਲਓ ਧਿਆਨ ਨਾਲ ਜੀ। ਉਹ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਿਆ ਵੀ ਗੁੰਮਰਾਹ ਕਰਕੇ ਲੈ ਗਏ ਕਿ ਤੁਹਾਡੀਆਂ ਜ਼ਮੀਨਾਂ ਖੋਹ ਲੈਣੀਆਂ ਨੇ। ਉਹ ਅਨਪੜ੍ਹ ਨੇ ਜਿਹੜੇ ਉੱਥੇ ਬੈਠੇ ਨੇ? ਮੈਨੂੰ ਨਹੀਂ ਪਤਾ, ਤੁਹਾਡੀ ਤਰ੍ਹਾਂ ਪੜ੍ਹੇ ਹੋਣਗੇ, ਇੱਕ ਦਿਸ਼ਾ ਲਈ ਹੋਊਗੀ ਉਹਨਾਂ ਨੇ, ਉਹ ਇਸ ਤਰ੍ਹਾਂ ਦੀ ਗੱਲ ਹੋਊਗੀ, ਮੈਨੂੰ ਨਹੀਂ ਪਤਾ ਹੈ। ਮੇਰੇ ਨਾਲ ਤਾਂ ਆ ਕਾਨੂੰਨ ਹੁਣ ਵੀ ਫੋਨਾਂ 'ਚ ਪਏ ਆ, ਆਪਾਂ ਬੈਠ ਕੇ ਇੱਕ ਕਲੌਸ ਤੇ ਮੇਰੇ ਨਾਲ ਗੱਲ ਕਰ ਲਓ, ਹੋਰ 2 ਵਿਦਵਾਨ ਲੈ ਉਹ ਕਰ ਲੈਣ, ਤੇ ਜੋ ਮੈਨੂੰ ਸਮਝ ਆਇਆ, ਹੋ ਸਕਦਾ ਮੈਨੂੰ ਸਮਝ ਨਾ ਹੋਵੇ। ਕਾਨੂੰਨਾਂ 'ਚ ਕੋਈ ਕਿਸਾਨ ਵਿਰੋਧੀ ਗੱਲ ਨਹੀਂ ਹੈ, ਨਾ ਕਾਨੂੰਨਾਂ ਦੇ ਨਾਲ ਕਿਸਾਨ ਦਾ ਲਾਭ ਹੋਣਾ ਤੇ ਨਾ ਨੁਕਸਾਨ ਹੋਣਾ। ਲਾਭ ਇੰਨਾ ਹੀ ਹੋਣਾ ਕਿ ਉਹਨੂੰ ਖੁੱਲ੍ਹ ਦਿੱਤੀ ਹੈ। ਆ ਰਾਜੇਵਾਲ ਜੀ ਤੇ ਬਾਕੀ ਸਾਰੇ ਲੋਕ ਜਦੋਂ ਪੰਜਾਬ ਹਰਿਆਣਾ ਬਣ ਗਿਆ ਤੇ ਹਿਮਾਚਲ, ਇਹਨਾਂ ਨੇ ਕੀ ਕੀਤਾ, 5-5 ਕਿਲੋ ਕਣਕ ਸਿਰ ਤੇ ਰੱਖ ਕੇ ਇਹ ਜਾ ਰਹੇ ਸੀ। ਸਰਕਾਰ ਨੇ ਇਹਨਾਂ ਨੂੰ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਨਹੀਂ ਜਾ ਸਕਦੇ ਸੀ, ਰੋਕ ਲਿਆ। ਇਹਨਾਂ ਨੂੰ 30-30 ਦਿਨ ਦੀ ਸਜ਼ਾ ਹੋਈ, ਤੇ ਜੇ 1000 ਰੁਪਇਆ ਜੁਰਮਾਨਾ ਹੋਇਆ, ਜੇ ਜੁਰਮਾਨਾ ਨਾ ਦੇਣ ਤਾਂ 40 ਦਿਨ ਦੀ ਸਜ਼ਾ। ਇਹ ਕੱਟ ਕੇ ਆਏ ਨੇ 1400 ਕਿਸਾਨ। ਉਸ ਵੇਲੇ ਜਿਹੜੀ ਆਜ਼ਾਦੀ ਮੰਗਦੇ ਸੀ, ਇਹ ਕਾਨੂੰਨਾਂ ਨੇ ਉਹ ਆਜ਼ਾਦੀ ਦਿੱਤੀ ਹੈ, ਉਹ ਖੁੱਲ੍ਹ ਦਿੱਤੀ ਹੈ ਮੋਦੀ ਜੀ ਨੇ ਕਿ ਜਿੱਥੇ ਮਰਜ਼ੀ ਲੈ ਜਾਓ ਆਪਦਾ ਅਨਾਜ, ਤੁਹਾਨੂੰ ਕੋਈ ਨਹੀਂ ਰੋਕਦਾ, ਤੁਹਾਨੂੰ ਕੋਈ ਜੇਲ੍ਹ ਨਹੀਂ ਭੇਜਦਾ। ਤੇ ਇਹ ਜ਼ਮੀਨ ਵੀ ਠੇਕੇ ਦੇਣੀ ਹੈ ਦਿਓ, ਕੰਟਰੈਕਟ ਤੇ ਨਹੀਂ ਦੇਣੀ ਤਾਂ ਨਾ ਦਿਓ, ਕੋਈ ਜ਼ਬਰਦਸਤੀ ਨਹੀਂ। ਕਿਸਾਨ ਨੂੰ ਆਜ਼ਾਦ ਕੀਤਾ। ਫਿਰ ਇਹਨਾਂ ਨੇ ਜਿਹੜੇ ਖਦਸ਼ੇ ਜ਼ਾਹਿਰ ਕੀਤੇ, ਉਹ ਖਦਸ਼ਿਆਂ 'ਚ ਇਹ ਕਹਿੰਦੇ, ਹੋਮ ਮਿਨਿਸਟਰ ਨੇ, ਅਸੀਂ ਉੱਥੇ ਹੀ ਸੀ ਜਦੋਂ ਪੁੱਛਿਆ ਕਿ ਰਾਜੇਵਾਲ ਜੀ ਸਾਰੇ ਬੈਠੇ, ਇਹ ਦੱਸੋ ਕਿ ਕੀ ਇਹਨਾਂ ਕਾਨੂੰਨਾਂ 'ਚ ਤੁਹਾਨੂੰ ਦਿੱਕਤ ਕੀ ਹੈ? ਉਹ ਕਹਿਣ ਲੱਗੇ ਜੀ ਸਾਨੂੰ ਕੋਰਟ ਜਾਣ ਦਾ ਅਧਿਕਾਰ ਦਿਓ, ਸਾਡੀਆਂ ਜ਼ਮੀਨਾਂ 'ਤੇ ਕਬਜ਼ਾ ਹੋ ਜਾਊਗਾ। ਉਹ ਕਹਿੰਦੇ ਜਾਓ ਕੋਰਟ ਜਾਣ ਦਾ ਅਧਿਕਾਰ ਵੀ ਦਿੱਤਾ ਤੇ ਫਾਸਟ ਟਰੈਕ ਕੋਰਟ ਵੀ ਬਣਾ ਦਿੰਦੇ, ਤੁਹਾਨੂੰ ਇਹੀ ਲੱਗਦਾ ਤਾਂ। ਉਸ ਤੋਂ ਬਾਅਦ ਉਹਨਾਂ ਨੂੰ ਪੁੱਛਿਆ ਕਿ ਹੋਰ ਦੂਸਰਾ ਖਦਸ਼ਾ ਕੋਈ ਦੱਸ ਦਿਓ। ਉਹ ਕਹਿੰਦੇ ਜੀ ਮੰਡੀਆਂ ਖਤਮ ਹੋ ਜਾਣੀਆਂ ਨੇ। ਉਹ ਕਹਿੰਦੇ ਮੰਡੀਆਂ ਲਈ 10,000 ਕਰੋੜ ਰੁਪਏ ਦਾ ਇਨਫਰਾਸਟਰਕਚਰ ਸਟਰੈਂਥਨ ਕਰਨ ਲਈ ਦਿੰਦੇ ਆ ਪੰਜਾਬ ਨੂੰ, ਔਰ ਦੂਸਰਾ ਮੰਡੀ ਜਿਹੜਾ ਅੰਦਰ ਕਾਨੂੰਨ ਲਾਗੂ ਹੋਏਗਾ ਉਹੀ ਬਾਹਰ ਹੋਏਗਾ। ਪੈਨ ਕਾਰਡ ਤੇ ਜਾਂ ਆਧਾਰ ਕਾਰਡ ਤੇ ਕੋਈ ਖਰੀਦ ਨਹੀਂ ਕਰ ਸਕੇਗਾ, ਆੜ੍ਹਤੀਆ ਹੀ ਖਰੀਦ ਕਰੇਗਾ। ਇਹ ਵੀ ਕਰ ਦਿੰਦੇ ਆ। ਜਿਹੜਾ ਸਟੇਟ ਦਾ ਕਾਨੂੰਨ ਹੁਣ ਲਾਗੂ ਹੁੰਦਾ ਉਹ ਕਰ ਦਿੰਦੇ ਆ। ਹੋਰ ਦੱਸੋ ਤੁਹਾਡਾ ਖਦਸ਼ਾ ਦੂਰ ਹੋ ਗਿਆ? ਕਹਿੰਦੇ ਜੀ ਹੋ ਗਿਆ। ਬਾਕੀ ਜਿੰਨੀਆਂ ਵੀ ਚੀਜ਼ਾਂ ਕਹੀਆਂ ਉਹ ਸਾਰੀਆਂ ਮੰਨੀਆਂ। ਮੰਨਣ ਦੇ ਬਾਵਜੂਦ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਹੁਣ ਤੁਸੀਂ 5 ਮੈਂਬਰ ਦੀ ਕਮੇਟੀ ਦੇ ਦਿਓ। ਇਹ ਅਸਲੀ ਗੱਲ ਨਹੀਂ ਨਾ ਦੱਸਦੇ ਲੀਡਰ ਆ ਕੇ। ਲੀਡਰਾਂ ਨੂੰ ਆਨੰਦ ਆ ਰਿਹਾ ਅੰਦੋਲਨ 'ਚ, ਜਨਤਾ ਜਿਹੜੀ ਹੈ ਉਹ ਪਿਸ ਰਹੀ ਹੈ, ਆਮ ਕਿਸਾਨ ਪਿਸ ਰਿਹਾ। ਤੇ ਉਹਨਾਂ ਨੇ ਬਾਹਰ ਆ ਕੇ ਜਦੋਂ ਚੱਲਣ ਲੱਗੇ, ਉਸ ਵੇਲੇ ਅਮਿਤ ਸ਼ਾਹ ਜੀ ਨੇ ਹੱਥ ਜੋੜ ਕੇ ਕਿਹਾ ਕਿ 5 ਮੈਂਬਰਾਂ ਦੀ ਕਮੇਟੀ ਤੁਸੀਂ ਬਣਾ ਦਿਓ, 5 ਦੀ ਸਰਕਾਰ ਦੇ ਦਿੰਦੀ ਹੈ, ਤੇ ਜਿਹੋ ਜਿਹੇ ਕਾਨੂੰਨ ਹੋਰ ਬਣਾਉਣੇ ਨੇ ਉਹ ਤੁਸੀਂ ਬਣਾ ਲਓ। ਇਹ ਕਹਿਣ ਲੱਗੇ ਜੀ ਸਾਨੂੰ ਤੁਸੀਂ ਹਰਚੰਦ ਸਿੰਘ ਲੌਂਗੋਵਾਲ ਬਣਾਉਣਾ, ਅਸੀਂ ਇਹ ਅੰਦੋਲਨ ਵਾਪਸ ਨਹੀਂ ਲੈ ਸਕਦੇ। ਉਹ ਕਹਿੰਦੇ ਕਿਉਂ? ਅਸੀਂ ਤਾਂ ਕਹਿ ਕੇ ਲਿਆਏ ਸੀ, ਅਸੀਂ ਰਿਪੀਲ ਕਰਾਉਣਾ ਕਹਾਵਾਂਗੇ, ਰੱਦ ਕਰਾਉਣਾ ਕਹਾਵਾਂਗੇ। ਉਹ ਕਹੋ। ਆਹੀ ਜਿੱਦ ਆ, ਹੋਰ ਕੋਈ ਜਿੱਦ ਨਹੀਂ। ਕਿਸਾਨ ਹਿੱਤ ਦੀਆਂ ਸਾਰੀਆਂ ਗੱਲਾਂ ਸਰਕਾਰ ਮੰਨਣ ਨੂੰ ਤਿਆਰ ਆ। ਇਹ ਕਿਸਾਨਾਂ ਤੱਕ ਗੱਲਾਂ ਪੂਰੀਆਂ ਪਹੁੰਚਦੀਆਂ ਨਹੀਂ। ਉਹਦਾ ਕਾਰਨ ਕੀ ਹੈ? ਅਮਿਤ ਸ਼ਾਹ ਜੀ ਨੇ ਤਾਂ ਇਹ ਵੀ ਬਿਆਨ ਦਿੱਤਾ ਸੀਗਾ। ਅਮਿਤ ਸ਼ਾਹ ਜੀ ਕਹਿੰਦੇ ਨੇ ਮੀਡੀਆ ਦੇ ਅੱਗੇ ਆ ਕੇ ਕਿ ਕਿਸਾਨ ਅਗਰ ਬੈਠੇ ਸੰਘਰਸ਼ ਕਰਨਾ ਚਾਹੁੰਦੇ ਨੇ ਤੇ ਜਿੰਨਾ ਲੰਬਾ ਚਿਰ ਸੰਘਰਸ਼ ਕਰਦੇ ਰਹਿਣ, ਅਸੀਂ ਆਪਣੇ ਕਾਨੂੰਨਾਂ ਤੇ ਅੜੇ ਹਾਂ, ਅਸੀਂ ਵੀ ਇਹ ਕਾਨੂੰਨ ਰੱਦ ਨਹੀਂ ਕਰਾਂਗੇ। ਅਰੇ ਭਾਈ, ਕਾਨੂੰਨ ਦੀ ਗੱਲ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ, ਫਿਰ ਕੋਈ ਗੱਲ ਰਹਿ ਗਈ ਉਹਦੇ 'ਚ? ਉਹ ਤਾਂ ਲੇਕਿਨ ਕਿਸਾਨ ਮੰਨਣ ਤਿਆਰ ਨਹੀਂ ਨਾ। ਤੁਸੀਂ ਕਹਿ ਰਹੇ ਹੋ ਤੁਸੀਂ ਵੀ ਕਿਸਾਨ ਹੋ, ਤੁਸੀਂ ਵੀ ਇੱਕ ਜ਼ਿੰਮੇਦਾਰ ਹੋ, ਤੁਸੀਂ ਵੀ ਕਿਸਾਨ ਦੇ ਪੁੱਤ ਹੋ, ਤੁਸੀਂ ਮੰਨਦੇ ਹੋ ਇਸ ਚੀਜ਼ ਨੂੰ ਗਰੇਵਾਲ ਸਾਹਿਬ। ਲੇਕਿਨ ਕਿਸਾਨ ਦੇ ਪੁੱਤ ਹੋਣ ਦੇ ਨਾਤੇ ਇੱਕ ਮੈਨੂੰ ਸਿਰਫ ਇੱਕ ਸਵਾਲ, ਇੱਕ ਬੀਜੇਪੀ ਲੀਡਰ ਹੋਣ ਦੇ ਨਾਤੇ ਨਹੀਂ, ਇੱਕ ਇਨਸਾਨ ਹੋਣ ਦੇ ਨਾਤੇ, ਇੱਕ ਉਹ ਇਨਸਾਨ ਹੋਣ ਦੇ ਨਾਤੇ ਕਿ ਜਿਹੜਾ 3 ਟਾਈਮ ਦੀ ਰੋਟੀ ਖਾਂਦਾ ਹੈ, ਆਪਣਾ ਮਜ਼ਦੂਰੀ ਕਰਦਾ। ਵੀ ਇਨਸਾਨ ਹੁੰਦੇ ਆ ਮੇਰੀ ਭੈਣ, ਇਦਾਂ ਦੀ ਗੱਲ ਨਾ ਕਰੋ ਤੁਸੀਂ। ਇੰਨਾ ਬਾਇਸ ਕਿਉਂ? ਸਿਆਸਤ ਤੋਂ ਪ੍ਰੇਰਿਤ ਹਰ ਸਵਾਲ ਨਹੀਂ ਹੁੰਦਾ, ਨਾ ਹੀ ਸਿਆਸਤ ਤੋਂ ਪ੍ਰੇਰਿਤ ਸਾਰੇ ਇਨਸਾਨ ਨੇ। ਇਦਾਂ ਨਾ ਕਰੋ। ਉਹ ਵਿਚਾਰੇ ਗਰੀਬ ਵਰਕਰ ਨੇ, ਕੋਈ ਛੋਟੀ ਦੁਕਾਨ ਚਲਾਉਂਦਾ, ਕੋਈ ਛੋਟਾ ਅਦਾਰਾ ਚਲਾਉਂਦਾ, ਆਪਣੇ ਬੱਚਿਆਂ ਦਾ ਪੇਟ ਪਾਲਦਾ। ਇਹ ਉਹਨਾਂ 'ਤੇ ਜ਼ੁਲਮ ਕਰਕੇ ਇਹ ਅੰਦੋਲਨ 'ਚ ਜ਼ੁਲਮ ਹੋ ਰਿਹਾ, ਔਰ ਇਹਨਾਂ ਦਿਸ਼ਾ ਜਿਹੜੀ ਆ ਇਹ ਕਿਸਾਨ ਲੀਡਰ ਦੇ ਰਹੇ ਆ। ਸਾਰੇ ਕਿਸਾਨ ਲੀਡਰਾਂ ਨੂੰ ਨਹੀਂ ਮੈਂ ਕਹਿੰਦਾ, ਇਹ 5-7 ਹੀ ਨੇ ਵੈਸੇ। ਹੁਣ ਜੋਗਿੰਦਰ ਯਾਦਵ ਕਿਹੜਾ ਕਿਸਾਨ ਲੀਡਰ ਹੈ ਜੀ? ਸਵਰਾਜ ਪਾਰਟੀ ਤੋਂ ਚੋਣਾਂ ਲੜੀਆਂ, ਜ਼ਮਾਨਤਾਂ ਜ਼ਬਤ ਹੋ ਗਈਆਂ, ਅੰਦੋਲਨ ਜੀਵੀ ਬੰਦਾ ਹੈਗਾ ਆ ਗਿਆ, ਉੱਥੇ ਆ ਕੇ ਬੈਠ ਗਿਆ। ਕਿਸਾਨ ਨੇਤਾ ਦੀ ਕੀ ਗੱਲ ਕਰਨੀ ਉਹਨੇ? ਔਰ ਕਵਿਤਾ ਕਿਹੜੀ ਕਿਸਾਨ ਲੀਡਰ ਹੈ ਜੀ? ਅਰਬਨ ਨਕਸਲਾਈਟ ਆ, ਉਹ ਆਂਧਰਾ ਪ੍ਰਦੇਸ਼ ਤੋਂ ਹੈਗੀ ਹੈ, ਉਹਨੂੰ ਕਿਸਾਨ ਨੇਤਾ ਨਾਲ ਕੀ ਹੈ? ਔਰ ਹਨਨ ਮੌਲਾ ਕਮਿਊਨਿਸਟ MP ਹੈ। ਤੁਹਾਡੀ ਪਾਰਟੀ ਵੱਲੋਂ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਨੂੰ ਵੀ ਅਤਵਾਦੀ ਕਿਹਾ ਗਿਆ। ਸਾਡੀ ਪਾਰਟੀ ਵੱਲੋਂ ਕਿਹੜੇ ਕਿਸਾਨ ਬੈਠੇ ਜੀ?
ਜਿਹੜੇ ਕਿਸਾਨ ਬੈਠੇ ਸੰਘਰਸ਼ ਕਰ ਰਹੇ ਹੈ, ਤੁਹਾਡੀ ਪਾਰਟੀ ਵੱਲੋਂ ਬੀਜੇਪੀ ਦੇ ਲੀਡਰਸ ਵੱਲੋਂ ਉਹਨਾਂ ਨੂੰ ਅੱਤਵਾਦੀ ਵਰਡ ਕਿਹਾ ਗਿਆ। ਕਿਸਾਨ ਲੀਡਰਾਂ ਨੂੰ ਕਿਹਾ, ਕਿਸਾਨ ਲੀਡਰਾਂ ਦੀ ਅਲੱਗ-ਅਲੱਗ ਵਿਚਾਰਧਾਰਾ, ਕਿਸਾਨ ਲੀਡਰਾਂ ਦੀ ਅਲੱਗ-ਅਲੱਗ ਵਿਚਾਰਧਾਰਾ, ਉਹਦੇ 'ਚ ਮੇਰੇ ਮੂੰਹ 'ਚ ਪਾ ਕੇ ਗੱਲ ਨਾ ਕਹੋ। ਕਿਸਾਨ ਲੀਡਰਾਂ ਦੀ ਅਲੱਗ-ਅਲੱਗ ਵਿਚਾਰਧਾਰਾ। ਤੁਸੀਂ ਨਕਸਲਾਈਟ ਹੋਣ ਦੀ ਗੱਲ ਕੀਤੀ ਹੈ ਕਵਿਤਾ ਜੀ, ਤੇ ਮੈਂ ਇਹਨਾਂ ਸਵਾਲ ਪੁੱਛਿਆ ਗਰੇਵਾਲ ਸਾਹਿਬ ਕਿ ਤੁਹਾਡੇ ਪਾਰਟੀ ਵੱਲੋਂ, ਪਾਰਟੀ ਦੇ ਕੁਝ ਲੀਡਰਸ ਵੱਲੋਂ ਉਹਨਾਂ ਨੂੰ ਅੱਤਵਾਦੀ ਕਿਹਾ ਗਿਆ ਕਿ ਉੱਥੇ ਬੈਠੇ ਕਿਸਾਨ ਆਮ ਲੋਕ ਅੱਤਵਾਦੀ ਨੇ? ਤੁਸੀਂ ਗਲਤ ਗੱਲ ਕਹਿ ਰਹੇ ਹੋ, ਨਹੀਂ ਕਿਹਾ ਗਿਆ। ਕਿਸਾਨ ਲੀਡਰਾਂ ਨੂੰ ਕਿਹਾ ਗਿਆ, ਉਹਨਾਂ ਦੀ ਅਲੱਗ-ਅਲੱਗ ਵਿਚਾਰਧਾਰਾ ਤੋਂ ਪ੍ਰੇਰਿਤ ਨੇ, ਉਹ ਆਪਣੀ ਵਿਚਾਰਧਾਰਾ ਦੀ ਪੂਰਤੀ ਲਈ ਉਹ ਇਸ ਅੰਦੋਲਨ 'ਚ ਬੈਠੇ ਆ, ਨਾ ਕਿ ਕਿਸਾਨ ਜਿਹੜੇ ਉੱਥੇ ਜਿਹੜੀ ਰੋਟੀ ਤੁਸੀਂ ਖਾਣੇ ਹੋ, ਜਿਹੜਾ ਰੋਟੀ ਅਸੀਂ ਖਾਣੇ ਆ, ਜਿਹੜੀ ਰੋਟੀ ਤੁਹਾਡਾ ਪਰਿਵਾਰ ਸਾਡਾ ਪਰਿਵਾਰ ਖਾਂਦਾ ਹੈ, ਉਹ ਜਿਹੜੇ ਉੱਥੇ ਕਿਸਾਨ ਬੈਠੇ ਨੇ ਉਹੀ ਉਗਾਉਂਦੇ ਨੇ, ਤੇ ਉਹ ਅੱਤਵਾਦੀ ਕਿਸ ਤਰੀਕੇ ਨਾਲ ਹੋ ਗਏ? ਕਿਹਨੇ ਕਹਤਾ? ਤੁਹਾਡੀ ਪਾਰਟੀ ਦੇ ਲੀਡਰ ਨੇ। ਕਿਸੇ ਪਾਰਟੀ ਦੇ ਲੀਡਰ ਨੇ ਨਹੀਂ ਕਿਹਾ, ਤੁਸੀਂ ਝੂਠ ਕਹਿ ਰਹੇ ਹੋ। ਇਹ ਕਿਸਾਨ ਲੀਡਰਾਂ ਨੂੰ ਕਹਿੰਦੇ ਆ ਅਸੀਂ, ਉਹ ਅਲੱਗ-ਅਲੱਗ ਵਿਚਾਰਾਂ ਤੋਂ ਪ੍ਰੇਰਿਤ ਨੇ, ਉਹ ਹੈਗੇ ਆ। ਹੁਣ ਦਰਸ਼ਨਪਾਲ ਮੇਰੇ ਕੋਲ ਉਸ ਦਿਨ ਵੀ ਇੱਕ ਚੈਨਲ ਨੇ ਪੁੱਛਿਆ ਕਿ ਤੁਹਾਡੇ ਕੋਲ ਕੀ ਸਬੂਤ ਆ ਕਿ ਇਹ ਦਰਸ਼ਨਪਾਲ ਨਕਸਲਾਈਟ ਹੈ। ਮੈਂ ਕਿਹਾ ਜੀ ਤੁਹਾਡੇ ਕੋਲ ਕੀ ਸਬੂਤ ਆ ਕਿ ਮੈਂ ਬੀਜੇਪੀ ਦਾ ਲੀਡਰ? ਮੇਰੇ ਕੋਲ ਤਾਂ ਇਸ ਵੇਲੇ ਕੋਈ ਸਰਟੀਫਿਕੇਟ ਨਹੀਂ ਹੈ। ਤੁਸੀਂ ਕਿਉਂਕਿ ਸਮਾਜਿਕ ਮਾਨਤਾ ਹੈਗੀ ਹੈ ਕਿ ਮੈਂ ਬੀਜੇਪੀ ਦਾ ਲੀਡਰ, ਸਮਾਜਿਕ ਮਾਨਤਾ ਹੀ ਨਾ, ਹੋਰ ਤਾਂ ਕੁਝ ਨਹੀਂ ਹੈ। ਮੇਰੇ ਕੋਲ ਤਾਂ ਕੁਝ ਨਹੀਂ ਹੈ ਇਸ ਵੇਲੇ, ਨਾ ਮੇਰੇ ਕੋਲ ਤੁਹਾਨੂੰ ਦਿਖਾਉਣ ਨੂੰ ਕੁਛ ਹੈ। ਹਾਂ, ਇਹ ਹੈ ਬੀਜੇਪੀ ਕਾਰਿਆਲੇ 'ਚ ਵੀ ਮੈਂ ਬੈਠਦਾ, ਲੀਡਰ ਸਾਰੇ ਬੈਠ ਕੇ ਅਸੀਂ ਗੱਲ ਕਰਦੇ ਹਾਂ। ਤੁਸੀਂ ਮੰਨਦੇ ਹੋ ਬੀਜੇਪੀ ਦੇ ਲੀਡਰ ਨਹੀਂ ਹੋ ਤੁਸੀਂ? ਨਹੀਂ, ਕਿਉਂ? ਅੱਜ ਸਾਡੀ ਮੁਲਾਕਾਤ ਇੱਕ ਤੁਹਾਡੇ ਬੀਜੇਪੀ ਦੇ ਲੀਡਰ ਵੱਲੋਂ, ਹੁਣੇ ਵੀ ਇੰਟਰੋਡਕਸ਼ਨ ਬੀਜੇਪੀ ਲੀਡਰ ਵੱਲੋਂ ਹੀ ਦਿੱਤਾ। ਨਹੀਂ, ਮੈਂ ਤੁਹਾਨੂੰ ਕੋਈ ਸਰਟੀਫਿਕੇਟ ਤਾਂ ਨਹੀਂ ਦਿੱਤਾ। ਹੁਣ ਤੁਹਾਨੂੰ ਕੋਈ ਪੁੱਛੇ ਵੀ ਇਹ ਬੀਜੇਪੀ ਲੀਡਰ ਕਿੱਦਾਂ ਹੋ ਗਏ, ਤੁਸੀਂ ਇਹੀ ਕਹੋਗੇ ਨਾ ਵੀ ਸਮਾਜਿਕ ਮਾਨਤਾ ਹੈਗੀ ਹੈ ਜੀ, ਪਾਰਟੀ ਇਹਨੂੰ ਮੰਨਦੀ ਹੈ, ਇਸ ਕਰਕੇ ਬੀਜੇਪੀ ਲੀਡਰ ਹੈ। ਇਸੇ ਤਰ੍ਹਾਂ ਕਾਮਰੇਡ ਦਰਸ਼ਨਪਾਲ ਜਿਹੜੇ ਆ, ਉਹ ਨਕਸਲਾਈਟਸ ਦੀ ਮੂਵਮੈਂਟ ਦੇ ਪੰਜਾਬ ਦੇ ਅੰਦਰ ਸਥਾਪਿਤ ਕਰਨ ਵਾਲੇ ਲੋਕਾਂ 'ਚੋਂ ਨੇ। ਉਹਨਾਂ ਨੇ ਜਗ੍ਹਾ ਜਗ੍ਹਾ ਬੈਠ ਕੇ, ਧੂਰੀ ਵੀ ਬੈਠੇ ਰਹੇ, ਬਾਕੀ ਜਗ੍ਹਾ ਵੀ ਬੈਠੇ ਰਹੇ, ਆਪਣਾ ਸੰਗਠਨ ਖੜਾ ਕੀਤਾ। ਉਹਨਾਂ ਦੀ ਵਿਚਾਰਧਾਰਾ ਉਹ ਆ, ਤੇ ਉਹ ਸਮਾਜਿਕ ਮਾਨਤਾ ਹੈਗੀ। ਹੁਣ ਤੁਸੀਂ ਕਹੋਗੇ ਇਹਦਾ ਸਬੂਤ ਦਿਓ, ਸਬੂਤ ਇਹਦਾ ਕਿਸ ਚੀਜ਼ ਦਾ? ਉਹ ਤਾਂ ਇੱਕ ਜੇ ਬਾਇਸਡ ਹੋ ਕੇ ਗੱਲ ਕਰਨੀ ਹੋਵੇ ਫਿਰ ਸਬੂਤ ਮੰਗੇ ਜਾਂਦੇ ਆ, ਜੇ ਬਾਇਸਡ ਹੋ ਕੇ ਗੱਲ ਨਾ ਕਰਨੀ ਹੋਵੇ ਤਾਂ ਜਿਹੜੀਆਂ ਗੱਲਾਂ ਹੈਗੀਆਂ ਨੇ ਉਹ ਮੰਨੀਆਂ ਜਾਂਦੀਆਂ ਨੇ, ਸੱਚਾਈ ਮੰਨੀ ਜਾਂਦੀ ਹੈ। ਤੁਹਾਡੀ ਗੱਲ ਉੱਤੇ ਰੱਖਦੇ ਹਾਂ, ਤੁਹਾਡੀ ਪਾਰਟੀ ਦੇ ਲੀਡਰ, ਪੰਜਾਬ ਦੇ ਬੀਜੇਪੀ ਦੇ ਕੁਝ ਅਜਿਹੇ ਲੀਡਰ ਨੇ ਜਿਨ੍ਹਾਂ ਨੇ ਕੈਮਰੇ ਅੱਗੇ ਆ ਕੇ ਕਨਫਰੰਟ ਕੀਤਾ। ਉਹ ਕਹਿੰਦੇ ਨੇ ਕਿ ਅਸੀਂ ਮਜਬੂਰ ਹਾਂ ਜੀ ਹਾਈ ਕਮਾਂਡ ਦੇ ਅੱਗੇ, ਲੇਕਿਨ ਅਸੀਂ ਮੰਨਦੇ ਹਾਂ ਕਿ ਇਹ ਜਿਹੜਾ ਸੰਘਰਸ਼ ਹੈ ਇਹ ਸਹੀ ਹੈ ਤੇ ਸਾਡੀ ਹਾਈ ਕਮਾਂਡ ਗਲਤ ਹੈ। ਇੱਦਾਂ ਜਿਹੜੇ ਕਹਿੰਦੇ ਆ, ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਉਹ ਜਲਦੀ ਪਾਰਟੀ ਛੱਡਣ। ਠੀਕ ਹੈ, ਜਿਹੜੇ ਸਾਡੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈ, ਜਿਹੜੇ ਮੋਦੀ ਜੀ ਦੇ ਨਾਲ ਨਹੀਂ ਖੜੇ ਹੈਗੇ, ਜਿਹੜੇ ਬੀਜੇਪੀ ਦੇ ਨਾਲ ਨਹੀਂ ਖੜੇ ਹੈਗੇ, ਮਜਬੂਰੀ ਦੱਸਦੇ ਆ, ਸਾਨੂੰ ਉਹਨਾਂ ਦੀ ਜ਼ਰੂਰਤ ਨਹੀਂ ਹੈ, ਅਸੀਂ ਪਾਰਟੀ ਚਲਾ ਲਾਂਗੇ, ਕੋਈ ਐਸੀ ਗੱਲ ਨਹੀਂ ਹੈ। ਅਸੀਂ ਨਰਿੰਦਰ ਮੋਦੀ ਜੀ ਸਾਡੇ ਲੀਡਰ ਨੇ, ਉਹਨਾਂ ਨਾਲ ਡਟ ਕੇ ਖੜੇ ਹਾਂ। ਉਹ ਕਿਸਾਨ ਹਿੱਤੂ ਪ੍ਰਧਾਨ ਮੰਤਰੀ ਨੇ, ਉਹ ਗਰੀਬਾਂ ਦੇ ਹਿੱਤੂ ਪ੍ਰਧਾਨ ਮੰਤਰੀ ਨੇ। ਸਾਡੀ ਪਾਰਟੀ ਕਿਸਾਨ ਹਿੱਤੂ ਆ, ਔਰ ਅਸੀਂ ਤਾਂ ਸ਼ੁਰੂ ਤੋਂ ਹੀ ਕਿਸਾਨ ਦੀ ਗੱਲ ਕੀਤੀ ਹੈ। ਸਾਡਾ ਚਿਹਰਾ ਗਲਤ ਕਰਕੇ ਦਿਖਾਇਆ ਜਾ ਰਿਹਾ, ਔਰ ਕੁਝ ਕਮਜ਼ੋਰ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ। ਨਾ ਤਾਂ ਸਾਡੇ ਪੰਜਾਬ ਦੇ ਪ੍ਰਧਾਨ ਨੇ ਕਦੇ ਇਹ ਗੱਲ ਕਹੀ ਹੈ, ਨਾ ਹੀ ਸਾਡੇ ਜਨਰਲ ਸੈਕਟਰੀ ਨੇ ਕਦੇ ਇਹ ਗੱਲ ਕਹੀ ਹੈ, ਨਾ ਹੀ ਸਾਡੇ ਜ਼ਿਲ੍ਹਾ ਪ੍ਰਧਾਨਾਂ ਨੇ ਇਹ ਗੱਲ ਕਹੀ ਆ, ਨਾ ਕੋਈ ਕਹਿ ਸਕਦਾ। ਸਾਰੇ ਮੋਦੀ ਜੀ ਦੇ ਨਾਲ ਖੜੇ ਆ। ਜਿਹੜੇ ਇਦਾਂ ਦੀਆਂ ਗੱਲਾਂ ਕਰਦੇ ਨੇ ਉਹ ਪਾਰਟੀ ਦੇ ਨਾਲ ਨਹੀਂ ਹੈਗੇ। ਤੁਸੀਂ ਕਿਹਾ ਕਿ ਸਾਰੇ ਅਸੀਂ ਪਾਰਟੀ ਦੇ ਨਾਲ ਖੜੇ ਆ, ਭਾਵੇਂ ਪਾਰਟੀ ਗਲਤ ਕਰੇ ਭਾਵੇਂ ਪਾਰਟੀ ਸਹੀ ਕਰੇ, ਅਸੀਂ ਪਾਰਟੀ ਦੇ ਨਾਲ ਖੜੇ ਆ। ਪਾਰਟੀ ਗਲਤ ਕਿਉਂ ਕਰੇਗੀ? ਸਾਡੀ ਪਾਰਟੀ ਇਸ ਦੇਸ਼ ਨੂੰ ਅੱਗੇ ਲੈ ਕੇ ਜਾ ਰਹੀ ਆ, ਮਜ਼ਬੂਤੀ ਦੇ ਰਹੀ ਆ। ਸਾਡੇ ਪ੍ਰਧਾਨ ਮੰਤਰੀ ਖੜੇ ਆ। ਚਾਈਨਾ ਹੁਣ ਤੱਕ ਕਿਤੇ ਦੀ ਕਿਤੇ ਲੈ ਜਾਂਦਾ, ਹਰ ਵਾਰ ਉਹ 8-10 ਹਜ਼ਾਰ ਕਿਲੋਮੀਟਰ ਜਗ੍ਹਾ ਦੱਬ ਲੈਂਦਾ ਸੀ। ਜਿਹੜੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਵਿੱਚ ਲੋਕ ਵਸੇ ਹੋਏ ਨੇ, ਉੱਥੋਂ ਇਸ ਪ੍ਰੋਟੈਸਟ ਨੂੰ ਸਪੋਰਟ ਕਰ ਰਹੇ ਨੇ, ਸਮਰਥਨ ਦੇ ਰਹੇ ਨੇ, ਉੱਥੋਂ ਹੈਲੀਕਾਪਟਰ ਭਰ ਕੇ ਇੱਥੇ ਆ ਰਹੇ ਨੇ। ਉਹ ਵੀ ਲੋਕ ਅਨਪੜ੍ਹ ਗਵਾਰ ਨੇ, ਉਹ ਵੀ ਲੋਕ ਪਾਗਲ ਨੇ? ਸਿਰਫ ਬੀਜੇਪੀ ਦੇ ਲੋਕ ਸਿਆਣੇ ਨੇ ਤੇ ਉਹੀ ਸਹੀ ਨੇ? ਇੱਕ ਮਿੰਟ, ਇੰਨਾ ਗਰਮ ਨਾ ਹੋਵੋ। ਕੋਈ ਲੋਕ ਨਹੀਂ ਆ ਰਹੇ ਹੈਲੀਕਾਪਟਰ ਭਰ ਕੇ। ਉਹ ਉਹੀ ਲੋਕ ਨੇ ਜਿਹੜੇ ਪਹਿਲਾਂ ਦੇਸ਼ ਦਾ ਵਿਰੋਧ ਕਰਦੇ ਸੀ, ਉਹੀ ਲੋਕ ਨੇ ਅੱਜ ਵੀ ਉਹ ਵਿਰੋਧ ਕਰਦੇ ਆ। ਮੋਦੀ ਜੀ ਨੇ ਜੋ ਸਿੱਖਾਂ ਦੇ ਲਈ ਕੀਤਾ, ਜੋ ਪੰਜਾਬੀਆਂ ਦੇ ਲਈ ਕੀਤਾ, ਉਹ ਅੱਜ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ। ਔਰ ਜਿਨ੍ਹਾਂ ਨੇ, ਮੈਂ ਤਾਂ ਇੱਥੋਂ ਦੇ ਲੋਕਾਂ ਨੂੰ ਇੱਥੋਂ ਤੱਕ ਕਹਿਣਾ ਕਿ ਬਈ ਜਿਹੜੀ ਕਾਂਗਰਸ ਨੇ ਨਸਲਕੁਸ਼ੀ ਕੀਤੀ ਹੋਵੇ, ਜਿਹੜੀ ਕਾਂਗਰਸ ਨੇ ਅਕਾਲ ਤਖਤ ਸਾਹਿਬ ਨੂੰ, ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ ਹੋਵੇ, ਸਿੱਖ ਸੰਸਥਾਵਾਂ 'ਤੇ ਹਮਲੇ ਕੀਤੇ ਹੋਣ, ਉਹ ਕਾਂਗਰਸ ਇੱਥੇ ਰਾਜ ਕਰ ਰਹੀ ਹੈ। ਉਹ ਇੱਕ ਸ਼ਰਮਸਾਰ ਕਰਨ ਵਾਲੀ ਗੱਲ ਆ। ਵਿਰੋਧ ਕਰਦੇ ਆ ਮੋਦੀ ਜੀ ਦਾ, ਵਿਰੋਧ ਕਰਦੇ ਆ ਬੀਜੇਪੀ। ਗਰੇਵਾਲ ਸਾਹਿਬ, ਇਹ ਲੜਾਈ ਕਾਂਗਰਸ ਤੇ ਬੀਜੇਪੀ ਵਿਚਕਾਰ ਨਹੀਂ ਹੋ ਰਹੀ, ਇਹ ਲੜਾਈ ਕਿਸਾਨੀ ਤੇ ਕੇਂਦਰ ਦੇ ਹਦਾਇਤਾਂ ਦੇ ਵਿੱਚ ਹੋ ਰਹੀ ਹੈ। ਇੱਕ ਮੈਂ ਦੱਸ ਦਿਆਂ, ਕੋਈ ਵੀ ਸਰਕਾਰ ਇਸ ਦੇਸ਼ ਦੇ ਵਿੱਚ ਆ ਜੇ, ਸਾਡੀ ਇਕਨੋਮੀ ਅਗਰੇਰੀਅਨ ਬੇਸਡ ਆ। ਜੇ ਕਿਸਾਨ ਤੇ ਖੇਤ ਮਜ਼ਦੂਰ ਦੀ ਜੇਬ 'ਚ ਪੈਸਾ ਨਹੀਂ ਹੋਏਗਾ
दुकानदार की दुकान भी नहीं चलेगी, ये देश की व्यवस्था भी नहीं पूरी सही चलेगी। कोई सरकार किसान विरोधी कानून नहीं बना सकती, कोई सरकार इस देश की सत्ता ते बैठने वाली किसानों के खिलाफ फैसले नहीं ले सकती। ये जी एक साजिश है, ये किसान का मोढा लभ लिया, वो कांग्रेस भी शामिल है। मैं ये दस देना, कैप्टन अमरिंदर सिंह ने की किया कि अंदोलन मैं चलाया होया, दिल्ली नहीं पहुँच सकते थे जो मैं इन्हों के नाल ना होंदा। यही क्या ना, मैं तो नहीं कही ये गल। सरदार सुखबीर सिंह बादल ने की किया कि 70% साडे वर्कर बैठे हुए हैं इन्हां 'च, और आम आदमी पार्टी तो बिल्कुल ही एक छोटी जी पार्टी है, तो वो यही उल्टे सीधे काम करके अगे आना चाहती है। वैसे तो वो दिल्ली का मुख्यमंत्री कहते हैं, पर हुंदा तो मेयर ही एक तरह का, एक दिल्ली शहर की पार्टी है वो, और वो जिस तरह के काम करते हैं, साडे वर्करां ते हमले होंदे हैं, ਉਹਦੇ 'ਚ आम आदमी पार्टी के लोग भी होंगे, ਉਹਦੇ 'ਚ अकाली दल के भी होंगे, ਉਹਦੇ 'ਚ कांग्रेसी भी होंगे। अगे आ हमले करते हैं, 9 किसान का होंदा। ये किसान का मोढा लभ के सानू बदनाम करन दी और साडे सरकार की दिख खराब करन दी साजिश है एक, और मोदी जी का चेहरा खराब करन दी साजिश है। तो ये साजिश इन्होंने चली हुई है योजनाबद्ध तरीके नाल कि नहीं बीजेपी नहीं हार सकती जे मोदी जी का चेहरा खराब नहीं करांगे। इस साजिश के तहत हो रहा, ये सारिया पार्टियां दे शामिल होकर लगियां हुई ने। किसान का भला नहीं हो रहा, किसान के हित दियां मैं अज भी कह रहा, साधारण किसान को सद्दा दे रहा तुहाडे माध्यम नाल कि सारिया गल्लां असीं मन्नण नूं तैयार हाँ। ये उन्होंने गुमराह कर रहे हैं, ये लीडरां तो गुमराह ना हो, और ये जथेबंदियां भी विच गुमराह कर रही हैं। सारिया जथेबंदियां नहीं, 20-25 अज भी चाहुंदे ने कि किसान दीयां गल्लां मनवा के सानूं चले जाना चाहिए। फिर तुसीं एक ग्रुप क्यों नहीं बनाउंदे? तुसीं राजेवाल साहब नाल बाकी किसान लीडरां नाल मुलाकात क्यों नहीं करते? उन्हां नूं हाई कमांड तक लैके क्यों नहीं जांदे? तुसीं माध्यम क्यों नहीं बनदे पंजाब दे किसानां दा? वो भी सुन लो, माध्यम की गल भी भैन मेरी ये सुन ले। राजेवाल साहब ने बोलिया कि ये अंदोलन जिहड़ा इहनूं गलत दिशा देने की कोशिश कर रहे हैं, लोग इत्थे आके खालिस्तान दीयां ते बाकी गल्लां ना करन। दूजे दिन राजेवाल साहब दे नाल किन्नी सिक्योरिटी सी, 35 तो 40 सिक्योरिटी वाले सी, बड़ी मुश्किल जान छुड़वाई, उत्थों धमकाया, उस तो बाद अज तक नहीं बोलिया। ये कितों धमकियां होर आउंदियां ने। रुलदू सिंह मानसा इहदे नाल की होया, खुंडा रखदा कोल, बड़ा 6 फुट तो भी उच्चा ही है मेरा ख्याल, तो बड़ियां गल्लां करदा सी। एक दिन बोलिया, उस तो बाद वो टेंट भी तोड़ते, बंदियां दे भी लठ मारे, हुण उहदा खुंडा भी टेढ़ा हो गया, तो हुण कदे जिंदगी 'च उहने दोबारा नहीं बोलना। तो जिहड़ा उत्थे सच्ची गल करदा ਉਹਦੇ ਨਾਲ आ दशा हुंदी है, दुर्दशा उत्थे नहीं कर सकता इस ਵੇਲੇ, ਉਹਨੂੰ कंट्रोल कितों होर किया जा रहा। फिलहाल इत्थे रुकते हैं छोटे ਜਿਹੇ ब्रेक ਦੇ ਲਈ। ब्रेक तो बाद फिर लौटांगे। साढ़े नाल अज मौजूद ने बीजेपी लीडर हरजीत गरेवाल जी। ब्रेक तो बाद एक बार बाई दा खाड़ा वेख रहे सारे दर्शकों का फिर तो स्वागत है। मेरे नाल अज मौजूद ने हरजीत गरेवाल जी, जिन्हां नाल किसानी संघर्ष नूं लैके ते बीजेपी दे एजेंडे नूं लैके साडे नाल तमाम सवाल उन्हां तो किते जा रहे हैं। तुसीं गल कीती कि माध्यम होण दा, मैं सवाल पुछा सी, तुसीं ओहदा भी जवाब दिता। जिहड़े उत्थे शहीद होए ने गरेवाल साहब, जिहड़े उत्थे भावें हार्ट अटैक तो मरे होण, भावें किस तरीके दे नाल उन्हां दी मौत होई होवे, नैचुरल मौत कह लो, ਜਿਹੜੇ ਬਜ਼ੁਰਗ ਨੇ, ਜਿਹੜੇ ਨੌਜਵਾਨ ਨੇ, ਜਾਂ ਜਿਨ੍ਹਾਂ ਤੇ ਡਾਂਗਾਂ ਵਰਸਾਈਆਂ ਗਈਆਂ ਨੇ ਪੁਲਿਸ ਵੱਲੋਂ ਤੁਹਾਡੀ ਹੀ ਪਾਰਟੀ ਦੇ ਹਾਈ ਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਹੇਠ, ਜਿਹੜੇ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਤੇ ਡਾਂਗਾਂ ਤੇ ਉਹਨਾਂ ਤੇ ਝੂਠੇ ਪਰਚੇ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਾਇਆ ਗਿਆ, ਉਸ ਦਾ ਕੌਣ ਜਵਾਬ ਦੇ? ਪਹਿਲਾਂ ਤਾਂ ਮੈਨੂੰ ਦੱਸੋ ਦਿਸ਼ਾ ਨਿਰਦੇਸ਼ ਕੇਂਦਰ ਦੇ ਕਿੱਥੇ ਨੇ, ਉਹ ਮੈਨੂੰ ਦਿਖਾ ਦਿਓ। ਐਵੇਂ ਨਾ ਕਹਿ, ਪੁਲਿਸ ਕਿਹਦੇ ਅੰਡਰ ਹੁੰਦੀ ਹੈ? ਸਰਕਾਰ, ਜਿਹੜਾ ਪੁਲਿਸ ਐਡਮਿਨਿਸਟ੍ਰੇਸ਼ਨ ਸਟੇਟ ਐਡਮਿਨਿਸਟ੍ਰੇਸ਼ਨ ਭੈਣ ਮੇਰੀ ਹੈ, ਸਟੇਟ ਕੋਲ ਹੁੰਦੀ ਆ, ਮੁੱਖ ਮੰਤਰੀ ਦੇ ਅੰਡਰ। ਹਰਿਆਣਾ ਦੀ ਸਰਕਾਰ ਕਿਹਦੀ ਹੈ? ਮੁੱਖ ਮੰਤਰੀ ਦੇ ਅੰਡਰ। ਹਰਿਆਣਾ ਦੀ ਸਰਕਾਰ, ਪੰਜਾਬ ਦੀ ਸਰਕਾਰ ਕਿਹਦੀ ਹੈ? ਹਰਿਆਣਾ ਦੀ ਸਰਕਾਰ, ਪੰਜਾਬ ਦੀ ਸਰਕਾਰ। ਸਰ ਅਸੀਂ ਦਿੱਲੀ ਤੇ ਹਰਿਆਣਾ ਦੀ ਗੱਲ ਕਰ ਰਹੇ ਹਾਂ, ਕਿਉਂਕਿ ਜਿਹੜੇ ਬਾਰਡਰਾਂ ਤੁਸੀਂ ਸਾਰੀ ਗੱਲ ਕਰੋ ਮੇਰੇ ਨਾਲ। ਸਰ ਜਿਹੜੇ ਬਾਰਡਰਾਂ ਤੇ ਬੈਠੇ ਮੇਰੀ ਗੱਲ ਸੁਣ ਲਓ, ਮੇਰੀ ਗੱਲ ਸੁਣ ਲਓ। ਲਾਠੀ ਦਾ ਟੇਸਟ ਵੀ 2 ਤਰ੍ਹਾਂ ਦਾ ਹੋ ਗਿਆ, ਲਾਠੀ ਵੀ 2 ਤਰ੍ਹਾਂ ਦੀ ਹੋ ਗਈ। ਇੱਕ ਤਾਂ ਬੜੀ ਮਿੱਠੀ ਲੱਗਦੀ ਹੈ ਜੀ, ਚੰਗੀ ਤਰ੍ਹਾਂ ਲੱਗੇ, ਇੱਕ ਬੜੀ ਕੜਵੀ ਲੱਗਦੀ ਹੈ। ਆ ਜਿਹੜੀ ਮੋਗੇ 'ਚ ਲਾਠੀ ਚੱਲੀ ਸੀ, ਉਹਦਾ ਦਰਦ ਨਹੀਂ ਹੋਇਆ ਇਹਨਾਂ ਨੂੰ, ਉਹਦਾ ਨਹੀਂ ਦਰਦ ਹੋਇਆ, ਉਹਦੇ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ। ਜਿਹੜੀ ਕਰਨਾਲ 'ਚ ਚੱਲੀ ਉਹਦੇ ਬਾਰੇ ਹੀ ਗੱਲ ਕੀਤੀ, ਉੱਥੇ ਧਰਨਾ ਲਾ ਕੇ ਬਹਿ ਗਏ। ਮੋਗੇ ਦੀ ਲਾਠੀ ਦੀ ਅੱਜ ਵੀ ਰਾਜੇਵਾਲ ਹੁਣੀ ਗੱਲ ਨਹੀਂ ਕਰਦੇ। ਤੇ ਜੇ ਮੁੱਖ ਮੰਤਰੀ ਨਾਲ ਗੰਨੇ ਦੇ ਰੇਟ ਤੇ ਪੰਜਾਬ ਸਰਕਾਰ ਨਾਲ ਗੱਲ ਹੋ ਗਈ ਤਾਂ ਆਪ ਕਹਿਣ ਲੱਗੇ 470 ਦਾ ਖਰਚਾ, ਮੇਰੇ ਨਾਲ ਕਿਹਾ ਟੀਵੀ ਚੈਨਲਾਂ ਤੇ। ਠੀਕ ਆ, ਮੰਨ ਲਿਆ, ਅਸੀਂ ਤਾਂ 470 ਲਵਾਂਗੇ। ਫਿਰ ਕਹਿੰਦੇ 400 ਤੋਂ ਘੱਟ ਤਾਂ ਹੋ ਹੀ ਨਹੀਂ ਸਕਦਾ। ਲੱਡੂਆਂ ਦੇ ਡੱਬੇ ਪਹਿਲਾਂ ਲਿਜਾ ਕੇ ਰੱਖ ਲਏ, 360 ਤੇ ਚੀਫ ਮਿਨਿਸਟਰ ਦੇ ਮੂੰਹ 'ਚ ਲੱਡੂ ਪਾਤਾ ਤੇ ਆਪਣੇ ਵੀ ਪਵਾ ਲਿਆ। ਤੇ ਇਹ ਕੀ ਕੇਂਦਰ ਸਰਕਾਰ ਨਾਲ ਹੀ ਅੜੀ ਹੈ? ਤੇ ਜਦੋਂ ਪੰਚਾਇਤ ਹੁੰਦੀ ਹੈ, ਉਹ 2 ਗੱਲਾਂ ਉਹਦੀਆਂ ਮੰਨਦਾ, 2 ਗੱਲਾਂ ਉਹਦੀਆਂ ਮੰਨਦਾ, ਮੰਨ ਕੇ ਆਪਣੀ ਗੱਲ ਖਤਮ ਕਰ ਲੈਂਦੇ। ਇਹ ਅੜੀ ਹੈਗੀ ਹੈ, ਜਾਣਬੁੱਝ ਕੇ ਹੈਗੀ। ਟੇਬਲ ਟਾਕ ਤਾਂ ਬਹੁਤ ਵਾਰੀ ਹੋਈ ਹੈ, ਇੰਨਾ ਟਾਈਮ ਹੋ ਗਿਆ, 9 ਮਹੀਨੇ ਹੋ ਗਏ, ਟੇਬਲ ਟਾਕ ਤਾਂ ਬਹੁਤ ਵਾਰੀ ਹੋਈ, ਲੇਕਿਨ ਬੇਸਿਕ ਕਰ ਰਹੀ ਹੈ ਤੁਹਾਡੀ। ਮੈਂ ਉੱਥੇ ਹੀ ਸੀ,
50-60 घंटे जो गल्लां होईयां ने टेबल टॉक हुई है असी उत्थे ही सी। और ये राजेवाल जी तो झूठा तो कोई बंदा है नहीं इस दुनिया 'ਚ, बहुत झूठ बोलते हैं और सरकार सारियां गल्लां उहदे 'ਚ मनदी सी और इन्हां ने जान के मनवाईयां नहीं। आखिर 'ਚ बाहर आके मैं भी उन्होंने एक प्रार्थना की कि पहलां इत्थे राजेवाल जी इस देश के अंदर इंडस्ट्रीलिस्टां दी लॉबी सी बड़ी मजबूत, ट्रेडर्स की लॉबी बड़ी मजबूत सी, मुलाजमां दी सी, मजदूरां दी सी, किसान लॉबी कदे मजबूत नहीं हुई। इस करके किसान की दुर्दशा। राजेवाल जी पहली बार किसान लॉबी बनी है, मजबूती नाल खड़ी है, तो तुसीं हुण ये किसानां दे हित दीयां गल्लां मनवा के इनू खत्म कर दो, अड़ी ना करो, यही कहा सी, नहीं तो नुकसान करोगे किसान का। तो उही गल वो कर रहे हैं, नुकसान ही कर रहे हैं। गरेवाल साहब, किसानी लीडर ਨੂੰ ਤੁਸੀਂ ਕਿਹਾ ਕਿ ਕਿਸਾਨੀ ਲੀਡਰ ਨੂੰ ਅਤਵਾਦੀ ਕਿਹਾ ਗਿਆ, ਕਿਸਾਨਾਂ ਨੂੰ ਨਹੀਂ ਕਿਹਾ ਗਿਆ। ਇਹ ਤੁਸੀਂ ਹੁਣ ਇੰਟਰਵਿਊ ਦੌਰਾਨ ਗਏ ਸਾਰਿਆਂ ਨੂੰ ਨਹੀਂ ਕਿਹਾ, ਕਿਸਾਨ ਲੀਡਰ ਨੂੰ ਕਿਹਾ ਤੁਸੀਂ। ਜਿਨ੍ਹਾਂ ਨੂੰ ਰੁੱਦੂ ਸਿੰਘ ਮਾਨਸਾ ਨੇ ਕਿਹਾ ਉਹਨਾਂ ਨੂੰ ਕਿਹਾ ਗਿਆ, ਜਿਨ੍ਹਾਂ ਨੂੰ ਰਾਜੇਵਾਲ ਜੀ ਨੇ ਕਿਹਾ ਉਹਨਾਂ ਨੂੰ ਕਿਹਾ ਗਿਆ। ਤੁਹਾਡੀ ਗੱਲ ਉੱਤੇ ਕਿਸਾਨੀ ਸੰਘਰਸ਼ ਨੂੰ ਤੁਸੀਂ ਕਿਹਾ ਕਿ ਸਿਆਸਤ ਤੋਂ ਪ੍ਰੇਰਿਤ ਹੈ, ਇਹ ਕਿਸਾਨਾਂ ਦਾ ਸੰਘਰਸ਼ ਨਹੀਂ ਹੈ, ਸਿਆਸਤ ਤੋਂ ਪ੍ਰੇਰਿਤ ਹੈ, ਆਮ ਲੋਕਾਂ ਦਾ ਸੰਘਰਸ਼ ਨਹੀਂ ਹੈ ਤੁਸੀਂ ਕਿਹਾ। ਜਿਹੜੇ ਚੰਡੀਗੜ੍ਹ ਕਦੋਂ ਕਿਹਾ ਆਮ ਲੋਕਾਂ ਦਾ ਨਹੀਂ, ਤੁਸੀਂ ਤਾਂ ਆਪਣੀਆਂ ਗੱਲਾਂ ਬਣਾ ਰਹੇ ਹੋ, ਮੇਰੇ ਮੂੰਹ 'ਚ ਪਾ ਕੇ ਆਪਣੀ ਗੱਲ ਕਹਿੰਦੇ ਹੋ। ਮੈਂ ਨਹੀਂ ਇਹ ਗੱਲ ਸਰ ਤੁਸੀਂ ਬਿਲਕੁਲ ਕਿਹਾ ਹੁਣੇ, ਤੁਸੀਂ ਕਿਹਾ ਕਿ ਸਿਆਸਤ ਤੋਂ ਪਿਆਰੀ ਜਿਹੜਾ ਜੈਨੂਨ ਕਿਸਾਨ ਆ ਉਹ ਸੜਕਾਂ ਤੇ ਬੈਠਾ, ਜਿਹੜੇ ਲੀਡਰ ਨੇ ਉਹ ਕਿਸਾਨ ਹਿੱਤਾਂ ਤੋਂ ਪ੍ਰੇਰਿਤ ਨਹੀਂ ਗੱਲ ਕਰ ਰਹੇ। ਉਹਦੇ ਵਿੱਚ ਕੁਝ ਲੀਡਰ ਅੱਛੇ ਵੀ ਨੇ ਔਰ ਕੁਝ ਲੀਡਰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਨੇ, ਪਰ ਕਬਜ਼ਾ ਉਹਨਾਂ ਦਾ ਹੋ ਗਿਆ ਕਮਿਊਨਿਸਟਾਂ ਦਾ, ਤੇ ਉਹੀ ਦਿਸ਼ਾ ਦੇ ਰਹੇ ਇਹਨੂੰ। ਮੈਂ ਆ ਕਿਹਾ ਆਮ ਲੋਕ ਜਿਹੜੇ ਸੜਕਾਂ ਤੇ ਨੇ, ਆਮ ਲੋਕ ਜਿਹੜੇ ਚੰਡੀਗੜ੍ਹ ਮੋਹਾਲੀ ਦੇ ਵਿੱਚ ਚੌਂਕਾਂ ਤੇ ਰੋਜ਼ ਸਵੇਰੇ ਸ਼ਾਮ ਧੁੱਪ ਹੋਵੇ, ਮੀਂਹ ਹੋਵੇ, ਝੱਖੜ ਹੋਵੇ, ਤੂਫਾਨ ਹੋਵੇ, ਖੜੇ ਨੇ ਤੇ ਉਹ ਹਮਾਇਤ ਕਰ ਰਹੇ ਨੇ ਕਿਸਾਨੀ ਮੇਰੀ ਗੱਲ ਇੱਕ ਵਾਰ ਤੁਹਾਨੂੰ ਸਮਝ ਨਹੀਂ ਆਈ ਕਿ ਉਹ ਆਮ ਲੋਕ ਨੇ। ਮੈਂ ਇਹੀ ਕਿਹਾ, ਤੁਸੀਂ ਤਾਂ ਗੱਲ ਆਪਣੀ ਹੈਡਲਾਈਨ ਕੁਝ ਹੋਰ ਬਣਾਉਣੀ ਹੁੰਦੀ ਹੈ, ਉਹਦੀ TRP ਲੈਣੀ ਹੁੰਦੀ ਹੈ। ਸਰ ਅਸੀਂ TRP ਲਈ ਨਹੀਂ ਕਰਦੇ ਨਾ, ਮੈਨੂੰ ਇਹ ਗੱਲ ਨਾ ਕਹੋ ਬਾਰ-ਬਾਰ, ਜਦੋਂ ਮੈਂ ਕਹਿਤਾ ਇੱਕ ਵਾਰ ਕਿਉਂ। ਸਰ ਅਸੀਂ TRP ਲਈ ਨਹੀਂ ਕਰਦੇ, ਤੁਸੀਂ ਗੱਲਾਂ ਜਵਾਬ ਨੂੰ ਗੋਲਮੋਲ ਘੁਮਾ ਰਹੇ ਹੋ। ਗੋਲਮੋਲ ਨਹੀਂ ਕਰ ਰਿਹਾ, ਮੈਂ ਸਿੱਧਾ ਕਹਿ ਰਿਹਾ ਕਿ ਜਿਹੜੇ ਸੜਕਾਂ ਤੇ ਬੈਠੇ ਉਹ ਜੈਨੂਨ ਕਿਸਾਨ ਨੇ, ਉਹਨਾਂ ਨੂੰ ਗੁੰਮਰਾਹ ਕਰਕੇ ਲੈ ਗਏ ਕਮਿਊਨਿਸਟਾਂ ਨੇ, ਚੰਦ ਕਮਿਊਨਿਸਟਾਂ ਨੇ। ਸਾਰੇ ਕਿਸਾਨ ਲੀਡਰ ਗਲਤ ਨਹੀਂ ਹੈ, ਜਥੇਬੰਦੀਆਂ ਦੇ ਚੰਦ ਕਮਿਊਨਿਸਟਾਂ ਨੇ ਉਹਦੇ ਤੇ ਕਬਜ਼ਾ ਕਰ ਲਿਆ, ਉਹਨੂੰ ਦਿਸ਼ਾ ਦੇਣੀ ਸ਼ੁਰੂ ਕਰਤੀ। ਇਹ ਮੈਂ ਕਿਹਾ, ਹੁਣ ਇਸ ਤੋਂ ਜ਼ਿਆਦਾ ਤਾਂ ਮੈਂ ਕੁਝ ਨਹੀਂ ਕਹਿਣਾ। ਸਰ ਮੇਰਾ ਸਵਾਲ ਤੁਸੀਂ ਸੁਣਨਾ ਹੀ ਨਹੀਂ ਚਾਹੁੰਦੇ, ਤੁਸੀਂ ਜਵਾਬ ਵਿੱਚੋਂ ਦੇਣਾ ਚਾਹੁੰਦੇ। ਮੇਰਾ ਸਵਾਲ ਕੀ ਹੈ, ਮੈਂ ਕਰ ਰਹੀ ਹਾਂ ਜਿਹੜੇ ਸੜਕਾਂ ਤੇ ਖੜੇ ਨੇ, ਜਿਹੜੇ ਸੜਕਾਂ ਤੇ ਖੜੇ ਨੇ ਉਹ ਕਿਸਾਨ ਨਹੀਂ ਨੇ, ਉਹ ਆਮ ਲੋਕ ਨੇ, ਤੁਹਾਡੇ ਵਰਗੇ, ਮੇਰੇ ਵਰਗੇ। ਉਹਦੇ ਵਿੱਚ ਪੱਤਰਕਾਰ ਵੀ ਹੋਣੇ ਆ, ਉਹਦੇ ਵਿੱਚ ਜਿਹੜੇ 9 ਤੋਂ 5 ਦੀ ਡਿਊਟੀ ਕਰਦੇ ਨੇ ਸਰਕਾਰੀ ਜਾਂ ਪ੍ਰਾਈਵੇਟ, ਉਹ ਵੀ ਹੋਣੇ, ਉਹਦੇ ਵਿੱਚ ਬੱਚੇ ਵੀ ਖੜੇ ਨੇ। ਕੀ ਉਹ ਸਾਰੇ ਬੇਵਕੂਫ ਨੇ ਜਿਹੜੇ ਖੜੇ ਨੇ ਉੱਥੇ ਦੀ ਸਪੋਰਟ ਕਰ ਰਹੇ ਨੇ? मेरा सवाल ਤੁਹਾਨੂੰ ਹੈ। मैं बेवकूफ होऊंगा, मैं ये मान लेना। और बीजेपी लीडरशिप सारी सियाणी होगी एक पासे, क्योंकि वो कह रहे हैं कि वो किसान विरोधी कानून बिल्कुल नहीं ने। लेकिन मेरा सवाल गरेवाल साहब सिर्फ है कि ਜਿਹੜੇ ਲੱਖਾਂ ਲੋਕ ਕਿਸਾਨਾਂ ਨੂੰ ਇਸ ਵੇਲੇ ਸਪੋਰਟ ਕਰ ਰਹੇ ਨੇ, ਕੀ ਉਹ ਬੇਵਕੂਫ ਨੇ? ਮੈਂ ਕਿਸੇ ਨੂੰ ਬੇਵਕੂਫ ਨਹੀਂ ਕਹਿ ਰਿਹਾ, ਮੈਂ ਕਹਿ ਰਿਹਾ ਉਹਨਾਂ ਨੂੰ ਸੋਚਣਾ ਚਾਹੀਦਾ। ਕਿਸਾਨ ਹਿੱਤਾਂ ਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹਾਂ। ਕਿ ਕਾਨੂੰਨ ਕੀ ਹੁੰਦਾ ਪਹਿਲਾਂ ਤਾਂ ਮੈਨੂੰ ਇਹ ਦੱਸ ਦਿਓ ਤੁਸੀਂ, ਮੈਨੂੰ ਅੱਜ ਤੱਕ ਨਹੀਂ ਪਤਾ ਚੱਲਿਆ ਕਾਨੂੰਨ ਕੀ ਹੈ। ਕਾਨੂੰਨ ਜਿਹੜਾ ਉਹਦੇ 'ਚ ਮਦਾਂ ਲਿਖੀਆਂ ਹੋਈਆਂ ਨੇ ਕਾਗਜ਼ ਦੇ ਉੱਪਰ, ਉਹੀ ਹੈ ਨਾ। ਉਹਦੇ 'ਚ ਇੱਕ ਮਦ ਗਲਤ ਹੋਊ, 2 ਹੋਊ, 3 ਹੋਊ, 4 ਹੋਊ। ਜਦੋਂ ਉਹਨਾਂ ਨੂੰ ਕਹਤਾ ਜਿਹੜੀਆਂ ਬਦਲਣੀਆਂ ਬਦਲ ਲਓ ਭਾਈ। ਕਾਨੂੰਨ ਤਾਂ ਵਿਵਸਥਾ ਚਲਾਉਣ ਲਈ ਚਾਹੀਦੇ ਆ, ਜਾਂ ਉਹ ਵੀ ਨਹੀਂ ਚਾਹੀਦੇ। ਵਿਵਸਥਾ ਚਲਾਉਣ ਲਈ ਕਾਨੂੰਨ ਚਾਹੀਦੇ ਆ। ਕਾਨੂੰਨਾਂ 'ਚ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਨੇ, ਸਮੇਂ-ਸਮੇਂ 'ਤੇ ਜ਼ਰੂਰਤ ਦੇ ਮੁਤਾਬਕ ਹੁੰਦੀਆਂ ਨੇ, ਅਤੇ ਹਾਲਾਤ ਬਦਲਦੇ ਰਹਿੰਦੇ ਆ। ਕਾਨੂੰਨ ਹਮੇਸ਼ਾ ਇੱਕੋ ਨਹੀਂ ਹੁੰਦੇ, ਕੋਈ ਵੀ ਕਾਨੂੰਨ ਹੋਵੇ। ਅਤੇ ਇਸ ਕਰਕੇ ਇਹ ਜਿਹੜੀਆਂ ਅਮੈਂਡਮੈਂਟਸ ਨੇ ਉਹ ਸਰਕਾਰ ਕਰਨ ਨੂੰ ਤਿਆਰ ਆ। ਜੇ ਇੱਕ ਜਿੱਦ ਫੜ ਲਓ ਕਿ ਇਹ ਪੂਰਾ ਕਾਗਜ਼ ਫਾੜੋ, ਪਹਿਲਾਂ ਉਹ ਨਹੀਂ ਫੜ ਸਕਦਾ। ਅਸੀਂ 2021 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਨੇ, ਤੀਜੀ ਵਾਰ ਵੀ ਬਣਨਾ, ਦੂਜੀ ਵਾਰ ਫਿਲਹਾਲ ਬਣੇ ਨੇ। ਆਪਣੀ ਦੂਜੀ ਉਹਨਾਂ ਦਾ ਦੂਜੀ ਹਲੇ ਲਾਈਨ ਚੱਲ ਰਹੀ ਹੈ। ਇਹ ਜਿਹੜੇ 2 ਵਾਰ ਪ੍ਰਧਾਨ ਮੰਤਰੀ ਬਣੇ ਨੇ ਭਾਰਤ ਦੇ, ਉਹ ਆਪ ਕੱਲੀ ਵੋਟ ਪਾਏ ਦੇ ਨਾਲ ਤਾਂ ਨਹੀਂ, ਭਾਰਤ ਦੇ ਲੋਕਾਂ ਨੇ, ਭਾਰਤ ਦੇ ਇਹੀ ਕਿਸਾਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ। ਪਹਿਲਾ ਮੇਰਾ ਸਵਾਲ ਪਲੀਜ਼ ਗਰੇਵਾਲ ਸਾਹਿਬ, ਇਹੀ ਆਮ ਲੋਕਾਂ ਨੇ, ਇਹੀ ਕਿਸਾਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਤੇ ਵਿਸ਼ਵਾਸ ਕਰਕੇ। ਜੇ ਕਿਸਾਨ ਉਸ ਟਾਈਮ ਪ੍ਰਧਾਨ ਮੰਤਰੀ ਦੇ ਨਾਲ ਖੜੇ ਸੀ, ਨਰਿੰਦਰ ਮੋਦੀ ਜੀ ਦੇ ਨਾਲ, ਤੇ ਉਹਨਾਂ ਨੇ ਦੁਬਾਰਾ ਵੀ ਉਹਨਾਂ ਨੂੰ ਜਿੱਤ ਦਰਜ ਕਰਵਾਈ, ਦੁਬਾਰਾ ਵੀ ਉਹਨਾਂ ਦੇ ਨਾਲ ਖੜੇ ਹੋਏ। ਜੇ ਅੱਜ ਉਹਨਾਂ ਦੇ ਖਿਲਾਫ ਡਟ ਕੇ ਆਵਾਜ਼ ਚੱਕ ਰਹੇ ਨੇ, ਇਟ ਮੀਨਸ ਉਹ ਗਲਤ ਨੇ ਨਾ, ਤਾਂ ਹੀ ਉਹ ਆਵਾਜ਼ ਚੱਕ ਰਹੇ ਨੇ। नहीं तो अपने कीमती वोटां के खिलाफ कौन आवाज़ चुकूगा? एक आम इंसान उन्होंने अपने वोट की हक की वरतों का पता है। तुसीं ना बहुत विद्वानां वाली गल कर रहे हो, मेरी बुद्धि 'ਚ आउंदियां नहीं। मैं इन्ना विद्वान नहीं, मैं सीधा सादा बंदा। पहली गल तो यह है। दूजी गल जिहड़ी तुसीं गल कर रहे हो, देश के अंदर जो मेरी जानकारी है कि 24 करोड़ लोग खेती ते आधारित हैं, ठीक है, या किसानी ते आधारित ने,
ਜਿਹੜਾ ਮੂੰਗਫਲੀ ਦੀ ਰੇਹੜੀ ਲਗਾਉਂਦਾ ਉਹ ਵੀ ਖੇਤੀ 'ਤੇ ਆਧਾਰਿਤ ਆ, ਠੀਕ ਹੈ। ਜਿਹੜਾ ਫਰੂਟ ਵੇਚਦਾ ਉਹ ਵੀ ਖੇਤੀ 'ਤੇ ਆਧਾਰਿਤ ਆ, ਜਿਹੜਾ ਨਾਰੀਅਲ ਵੇਚਦਾ ਉਹ ਵੀ ਖੇਤੀ 'ਤੇ ਆਧਾਰਿਤ ਆ। 24 ਕਰੋੜ ਲੋਕ ਨੇ। ਤੇ ਜਿਹੜੇ ਦੇਸ਼ ਕਿੰਨਾ ਲੰਬਾ ਚੌੜਾ, ਦੇਸ਼ ਦੇ 800 ਬੜੇ ਕਿਸਾਨ ਸੰਗਠਨ, ਉਹਦੇ ਚੋਂ ਇਹ ਜਿਹੜੇ 40 ਦੇ ਕਰੀਬ ਸੰਗਠਨ ਆ, ਇੱਕ ਵਿੱਚ ਤਾਂ 2-2 ਕਿਲੋਮੀਟਰ ਦੇ ਸੰਗਠਨ ਨੇ। ਰਾਜੇਵਾਲ ਦਾ ਸੰਗਠਨ ਹੈ ਬੜਾ ਸੰਗਠਨ, ਜਿਹੜਾ 3-4 ਜ਼ਿਲ੍ਹਿਆਂ ਦੇ ਵਿੱਚ ਹੈਗਾ। ਉਹਨੇ ਅੱਛੇ ਪਰਿਵਾਰ ਜੋੜੇ ਹੋਏ ਔਰ ਬੜੀ ਮਿਹਨਤ ਕੀਤੀ ਹੈ 10 ਸਾਲ। ਰਾਜੇਵਾਲ ਨਹੀਂ, ਸੌਰੀ, ਉਹ ਜਿਹੜਾ ਦੂਜਾ ਉਗਰਾਹਾਂ, ਉਹਦਾ ਸੰਗਠਨ ਹੈਗਾ ਜਿਹੜਾ ਬੜਾ ਹੈਗਾ। ਰਾਜੇਵਾਲ ਦਾ ਸੰਗਠਨ ਵੀ ਥੋੜ੍ਹਾ ਜਿਹਾ ਹੀ ਆ, ਕੋਈ ਬਹੁਤ ਜ਼ਿਆਦਾ ਨਹੀਂ। ਹੁਣ ਮੇਰੇ ਖਿਆਲ 3000 ਕਿਸਾਨ ਆ, ਉਹਦੇ ਨਾਲ ਜ਼ਿਆਦਾ ਨਹੀਂ। ਤੇ ਇਸੇ ਤਰ੍ਹਾਂ ਰੁੱਦੂ ਸਿੰਘ ਮਾਨਸਾ ਦਾ 5-7 ਕਿਲੋਮੀਟਰ ਦਾ ਭੀਖੀ ਤੋਂ ਲੈ ਕੇ ਮਾਨਸਾ ਤੱਕ ਦਾ ਸੰਗਠਨ ਹੈ। ਤੇ ਸਭ ਦੇ ਆਪਣੇ ਆਪਣੇ ਏਰੀਆ 'ਚ ਪ੍ਰਭਾਵ ਆ। ਜਿਹੜੇ ਦੇਸ਼ ਦੇ ਬਾਕੀ ਸੰਗਠਨ ਨੇ ਉਹ ਸਾਰੇ ਕਹਿੰਦੇ ਕਿ ਕਾਨੂੰਨ ਅੱਛੇ ਆ, ਲਾਗੂ ਹੋਣੇ ਚਾਹੀਦੇ ਆ, ਇਹ ਸਾਨੂੰ ਚਾਹੀਦੇ ਆ। ਇਹੀ ਕਹਿੰਦੇ ਆ। 4 ਜ਼ਿਲ੍ਹੇ ਪੰਜਾਬ ਦੇ, 2 ਜ਼ਿਲ੍ਹੇ ਹਰਿਆਣਾ ਦੇ, 1 ਜ਼ਿਲ੍ਹਾ ਪੱਛਮੀ ਉੱਤਰ ਪ੍ਰਦੇਸ਼ ਦਾ, ਇਹ ਕਹਿੰਦੇ ਆ ਕਿ ਇਹੀ ਸਾਰਾ ਕਿਸਾਨ ਹੋ ਗਿਆ। ਤੁਸੀਂ ਇਸੇ ਨੂੰ ਸਾਰਾ ਕਿਸਾਨ ਦਿਖਾਈ ਜਾਂਦੇ ਹੋ। ਇਸ ਕਰਕੇ ਤੇ ਇਹ ਨਾ ਕਹੋ ਕਿ ਸਾਨੂੰ ਕਿਸਾਨਾਂ ਦਾ ਸਮਰਥਨ ਨਹੀਂ ਹੈ। ਬੀਜੇਪੀ ਨੂੰ ਕਿਸਾਨਾਂ ਦਾ ਸਮਰਥਨ ਨਹੀਂ, ਜਾਂ ਪ੍ਰਧਾਨ ਮੰਤਰੀ ਨੂੰ ਹੈਗਾ, ਬਿਲਕੁਲ ਸਮਰਥਨ ਹੈਗਾ, ਕਿਸਾਨਾਂ ਦਾ ਸਮਰਥਨ ਹੈ। ਔਰ ਅਸੀਂ ਹੁਣ ਵੀ ਉੱਤਰ ਪ੍ਰਦੇਸ਼ ਜਿੱਤਣਾ ਕਿਸਾਨਾਂ ਦੇ ਸਮਰਥਨ ਨਾਲ ਹੀ ਜਿੱਤਣਾ, ਉਸ ਤੋਂ ਬਿਨਾਂ ਨਹੀਂ ਜਿੱਤਣਾ। ਇਹ ਜਿਹੜੀਆਂ ਗੱਲਾਂ ਕਰਦੇ ਨੇ, ਲੋਕਾਂ ਨੂੰ ਗਲਤਫਹਿਮੀ ਕਿੰਨੀ ਪਾਉਂਦੇ ਆ ਰਾਜੇਵਾਲ ਜੀ। ਅਸੀਂ ਇਹ ਪੱਛਮੀ ਬੰਗਾਲ 'ਚ ਮਾਂਜਤੇ ਤੇ ਅਸੀਂ ਇਹਨਾਂ ਨੂੰ ਇੱਥੇ ਮਾਂਜਣਾ ਪੰਜਾਬ 'ਚ ਤੇ ਉੱਤਰਾਖੰਡ 'ਚ ਤੇ ਉੱਤਰ ਪ੍ਰਦੇਸ਼ 'ਚ। ਪੱਛਮੀ ਬੰਗਾਲ 'ਚ ਸਾਡੇ ਕੋਲ 3 ਤਾਂ ਵਿਧਾਨ ਸਭਾ ਦੀਆਂ ਸੀਟਾਂ ਸੀ, ਭਲੇ ਮਾਨਸ। ਅਸੀਂ 77 ਤੇ ਪਹੁੰਚ ਗਏ ਔਰ ਸਾਡੇ ਕੋਲ ਉੱਥੇ 10% ਵੋਟ ਸੀ, ਅਸੀਂ 37% ਵੋਟ ਤੇ ਚਲੇ ਗਏ। ਤੇ ਤੂੰ ਸਾਨੂੰ ਕੀ ਮਾਂਜਤਾ ਪੰਜਾਬ 'ਚ? ਹੁਣ ਕੱਲ੍ਹ ਨੂੰ ਸਾਨੂੰ ਕਹੇ ਸਾਨੂੰ ਮਾਂਜਤਾ, 2 ਤਾਂ ਵਿਧਾਨ ਸਭਾ ਦੀਆਂ ਸੀਟਾਂ ਸਾਡੇ ਕੋਲ, ਸਾਨੂੰ ਕੀ ਮਾਂਜੂਗਾ ਕੋਈ? ਅਸੀਂ ਤਾਂ ਵਧਣਾ ਹੀ ਵਧਣਾ, ਘਟਣਾ ਥੋੜ੍ਹਾ ਇੱਥੇ। 2 ਤੋਂ ਵੀ ਘਟ ਜਾਗੇ ਫਿਰ ਤਾਂ ਪਾਰਟੀ ਨੂੰ ਤਾਲਾ ਲੱਗ ਗਿਆ। ਇਹੀ ਜੀ ਕੋਈ ਗੱਲ ਨਹੀਂ। ਵਧੋਗੇ 2022 ਦੀਆਂ ਚੋਣਾਂ? ਕੀ ਗੱਲ ਕਰ ਰਹੇ ਹੋ ਤੁਸੀਂ? ਦੇਖੋ ਸਹੀ। ਫਿਰ ਐਮਸੀ ਦੇ ਇਲੈਕਸ਼ਨਸ ਵਿੱਚ ਹਾਲ ਵੀ ਤੁਸੀਂ ਵੇਖ ਲਿਆ ਬੀਜੇਪੀ ਦਾ, ਕਿ ਉਹਨਾਂ ਦੇ ਜਿਹੜੇ ਨੁਮਾਇੰਦੇ ਖੜੇ ਕੀਤੇ ਸੀ, ਕੀ ਹਾਲ ਹੋਇਆ? ਐਮਸੀ ਦੀ ਇਲੈਕਸ਼ਨ ਪੰਜਾਬ ਦਾ ਚੋਣ ਕਮਿਸ਼ਨ ਕਰਾਉਂਦਾ ਔਰ ਉਸ 'ਚ ਕਿਸ ਤਰ੍ਹਾਂ ਧੱਕਾ ਹੁੰਦਾ, ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਔਰ ਕਿਸ ਤਰ੍ਹਾਂ ਸਰਕਾਰ ਨੇ ਸਾਡੇ ਨਾਲ ਬਦਤਮੀਜ਼ੀ ਕਰਵਾਈ ਹੈ। ਉਹ ਸਭ ਸਰਕਾਰਾਂ ਕਰਦੀਆਂ। ਜਦੋਂ ਸਾਡੀ ਅਕਾਲੀ ਭਾਜਪਾ ਸਰਕਾਰ ਸੀ ਨਾ, ਅਕਾਲੀ ਦਲ ਵਾਲੇ ਵੀ ਇਹੀ ਕੰਮ ਕਰਦੇ ਹੁੰਦੇ ਸੀ, ਸਾਹਮਣੇ ਨਾ ਇੱਕ ਵੀ ਸੀਟ ਨਹੀਂ ਜਿੱਤਣ ਦਿੰਦੇ। ਇਹ ਪੰਜਾਬ 'ਚ ਗਲਤ ਪਰੰਪਰਾ ਚਲਾਤੀ ਇਹਨਾਂ ਨੇ, ਡੈਮੋਕ੍ਰੇਸੀ ਕਮਜ਼ੋਰ ਹੁੰਦੀ। ਫਿਰ ਉਸ ਟਾਈਮ ਤਾਂ ਭਾਈਵਾਲ ਦੀ ਸੀਗੀ, ਉਸ ਟਾਈਮ ਕਿਉਂ ਨਹੀਂ ਆਵਾਜ਼ ਚੱਕੀ? ਗਲਤ ਗੱਲ ਹੋਈ ਤਾਂ ਹੀ ਤਾਂ ਸਾਨੂੰ ਪਾਸੇ ਕਰਕੇ ਬਿਠਾਤਾ। ਜੇ ਗਲਤ ਗੱਲਾਂ ਕਰਦੇ ਸੀ ਤਾਂ ਹੀ ਤਾਂ ਸੁਖਬੀਰ ਬਾਦਲ ਅੱਜ ਮੁੱਖ ਮੰਤਰੀ ਬਣ ਲਈ ਤਰਲੇ ਮਾਰਦਾ ਫਿਰਦਾ। ਤੁਸੀਂ ਪਾਸੇ ਕੀਤਾ ਜਾਂ ਉਹਨਾਂ ਨੇ ਆਪ ਭਾਈਵਾਲ ਖਤਮ ਕੀਤੇ? ਕਿਹਨਾਂ ਨੇ? ਸੁਖਬੀਰ ਬਾਦਲ ਹੋਰ ਨੇ, ਸ਼੍ਰੋਮਣੀ ਅਕਾਲੀ ਦਲ ਨੇ। ਉਹ ਕਾਹਨੂੰ ਖਤਮ ਕਰਦੇ ਸੀ ਜੀ? ਉਹ ਤਾਂ ਗੱਲਾਂ ਕਰਦੇ ਨੇ, ਡਰਾਮਾ ਕਰਦੇ ਨੇ। ਪਹਿਲਾਂ ਇਹ ਜਿਹੜੇ ਆਰਡੀਨੈਂਸਸ ਬਣਵਾ ਕੇ ਗਏ ਆ, ਇਹ ਬੀਬਾ ਹਰਸਿਮਰਤ ਬਾਦਲ ਪਾਰਟ ਆਫ ਦਾ ਕੈਬਨਿਟ, ਉਹਨੇ ਡਾਈਸੈਂਟ ਨੋਟ ਨਹੀਂ ਦਿੱਤਾ, ਕੁਛ ਨਹੀਂ ਦਿੱਤਾ, ਕਿਤੇ ਦਿਖਾ ਦੇਵੇ। ਝੂਠ ਬੋਲਦੇ ਆ। ਉਸ ਤੋਂ ਬਾਅਦ ਕਾਨੂੰਨਾਂ ਦੇ ਫਾਇਦੇ ਤੁਹਾਡੇ ਚੈਨਲਾਂ 'ਤੇ ਆ ਕੇ ਦੱਸਦੇ ਰਹੇ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਦੱਸਦੇ, ਸੁਖਬੀਰ ਸਿੰਘ ਬਾਦਲ ਵੀ, ਬੀਬਾ ਹਰਸਿਮਰਤ ਬਾਦਲ ਵੀ। ਔਰ ਅਸੀਂ ਤਾਂ ਉਸ ਤੋਂ ਬਾਅਦ ਬੋਲਣ ਲੱਗੇ ਹਾਂ ਜਦੋਂ ਛੱਡ ਗਏ ਸਾਨੂੰ। ਮੈਂ ਤਾਂ ਉਦੋਂ ਪਹਿਲਾਂ ਕਦੇ ਚੈਨਲ 'ਤੇ ਜਾ ਕੇ ਨਹੀਂ ਸੀ ਕਿਹਾ ਕੁਛ ਵੀ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਲੋਕ ਸਾਨੂੰ ਕੁੱਟਣਗੇ ਤਾਂ ਛੱਡ ਕੇ ਭੱਜ ਗਏ ਕਿ ਅਸੀਂ ਤਾਂ ਗਲਤ ਕੰਮ ਕਰ ਰਹੇ ਹਾਂ। ਆਹ ਹੋਈ ਹੈ ਗੱਲ, ਹੋਰ ਕੋਈ ਗੱਲ ਨਹੀਂ ਹੋਈ। ਐਵੇਂ ਉਹਨਾਂ ਨੂੰ ਤੁਸੀਂ ਸ਼ਹੀਦ ਬਣਾਈ ਜਾਓ, ਉਹ ਵੀ ਸ਼ਹੀਦ ਨਹੀਂ ਹੈਗੇ। ਗਲਤ ਕੰਮ ਉਹਨਾਂ ਨੇ ਵੀ ਕੀਤਾ। ਚਲੋ 2022 ਦੇ ਵਿੱਚ ਆਪਣਾ ਕੀ ਅਕਸ ਵੇਖਦੇ ਹੋ? ਬੀਜੇਪੀ ਆਪਣਾ ਅਕਸ ਕਿਸ ਤਰੀਕੇ ਨਾਲ ਲੈ ਕੇ ਚੱਲਦੀ ਹੈ? ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਅੱਜ ਤੱਕ ਭਾਈਵਾਲ ਦੀ ਪਾਰਟੀ ਬਣੀ ਔਰ ਸਰਕਾਰ ਵੀ ਬਣੀ, ਪਿਛਲੇ 10 ਸਾਲ ਰਾਜ ਵੀ ਕੀਤਾ। ਹੁਣ ਕੀ? ਅਸੀਂ 117 ਸੀਟਾਂ ਲੈਣੀਆਂ ਔਰ ਅਸੀਂ ਵੱਡੀ ਰਾਜਨੀਤਿਕ ਧਿਰ। 117 ਤੇ ਇਕੱਲੇ ਲੜਨਾ? ਇਕੱਲੇ ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਸਾਡੇ 117 ਦੇ ਇੰਚਾਰਜ ਵੀ ਲੱਗੇ ਹੋਏ ਆ, ਉਹ ਆਪਣਾ ਕੰਮ ਕਰ ਵੀ ਰਹੇ ਹਨ। ਤੇ ਮੈਂ ਤੁਹਾਨੂੰ ਅੱਜ ਵੀ ਕਹਿਣਾ, ਦਾਅਵੇ ਨਾਲ ਕਹਿਣਾ, ਕਹਿ ਦਿਓ ਕਿਸਾਨ ਸੰਗਠਨਾਂ ਨੂੰ ਸਾਰਿਆਂ ਨੂੰ, ਹਰਜੀਤ ਸਿੰਘ ਗਰੇਵਾਲ ਰਾਜਪੁਰੇ ਤੋਂ ਲੜੂਗਾ ਔਰ ਕਿੱਦਾਂ ਪਰਫਾਰਮ ਕਰਦਾ ਉਹ ਵੀ ਦੇਖ ਲੈਣਾ ਆ ਕੇ। ਚਲੋ ਜੀ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਤੇ ਗੁੱਡ ਲੱਕ ਤੁਹਾਨੂੰ ਬਿਲਕੁਲ ਆਗਾਮੀ ਚੋਣਾਂ ਦੇ ਲਈ। ਕਾਂਗਰਸ ਜੋ ਇਸ ਟਾਈਮ ਕਾਂਗਰਸ ਦੇ ਵਿੱਚ ਚੱਲ ਰਿਹਾ ਹੈ, ਹੁਣ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਨੇ, ਉਹਨਾਂ ਨੂੰ ਵਧਾਈਆਂ ਦਵੋਗੇ ਜਾਂ ਕੀ ਕਹਿਣਾ ਚਾਹੋਗੇ? ਨਹੀਂ, ਬਿਲਕੁਲ ਵਧਾਈ ਹੈ ਉਹਨਾਂ ਨੂੰ। ਤੇ ਕਿਉਂਕਿ ਪੰਜਾਬ ਦੇ ਅੰਦਰ ਕੀ ਰਿਹਾ ਪਹਿਲਾਂ, ਜੇ ਤੁਹਾਡੇ ਕੋਲ ਟਾਈਮ ਹੈ ਤਾਂ ਬੋਲੋ। ਬਿਲਕੁਲ ਬੋਲੋ। ਪੰਜਾਬ ਦੇ ਅੰਦਰ ਕੀ ਹੁੰਦਾ ਰਿਹਾ ਕਿ ਕਾਂਗਰਸ ਆਉਂਦੀ ਸੀ ਤਾਂ ਸਿਰਫ 27 ਪਰਿਵਾਰ ਰਾਜ ਕਰਦੇ ਸੀ। ਉਹਨਾਂ 'ਚੋਂ ਮੰਤਰੀ, ਉਹਨਾਂ 'ਚੋਂ ਮੁੱਖ ਮੰਤਰੀ, ਚਾਹੇ ਤੁਸੀਂ ਵਿਧਾਇਕ ਉਹਨਾਂ ਦੇ 90 ਬਣਾ ਦਿਓ, ਉਹ ਪਰਿਵਾਰਕ ਰਾਜ ਸੀ। ਅਗਰ ਅਕਾਲੀ ਦਲ ਆਉਂਦਾ ਸੀ, ਉਹਨਾਂ ਨੇ ਗਿਣਤੀ ਕਰਨ ਦੀ ਤੁਹਾਨੂੰ ਗੁੰਜਾਇਸ਼ ਨਹੀਂ ਛੱਡੀ ਸੀ, ਉਹ ਸਿਰਫ ਇੱਕੋ ਹੀ ਪਰਿਵਾਰ। ਠੀਕ ਹੈ। ਪਹਿਲੀ ਵਾਰ ਇਹ ਹੋਇਆ ਕਿ ਆਮ ਪਰਿਵਾਰ 'ਚੋਂ ਕਿਸੇ ਨੂੰ ਕਾਂਗਰਸ ਨੇ ਬਣਾਤਾ ਬੇਸ਼ੱਕ, ਇਸ ਕਰਕੇ ਉਹਨਾਂ ਨੂੰ ਵਧਾਈ ਦਿੰਦੇ ਹਾਂ। ਪਰ ਗੁਰੂ ਨਾਨਕ ਦੀ ਧਰਤੀ ਹੈ ਇਹ,
ਗੁਰੂ ਨਾਨਕ ਦੇ ਵਿਚਾਰ ਜਿਹੜੇ ਆ ਉਸ ਨੂੰ ਡਿਫੀਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਉਸ ਵਿਚਾਰਧਾਰਾ ਨੂੰ ਕਿ ਗੁਰੂ ਨਾਨਕ ਨੇ ਕਦੇ ਵੀ ਜਾਤ ਪਾਤ ਕਦੇ ਵੀ ਊਚ ਨੀਚ ਉਹਦੇ 'ਚ ਗੱਲ ਨਹੀਂ ਕੀਤੀ ਔਰ ਉਹ ਨਾ ਉਸ ਨੂੰ ਮੰਨਦਾ ਉਹ ਧਰਮ, ਠੀਕ ਹੈ। ਖਾਲਸਾ 'ਚ ਵੀ ਉਹਦੇ 'ਚ ਨਹੀਂ ਮੰਨਦੇ ਹੈਗੇ, ਨਾ ਪਰਿਵਾਰਾਂ ਨੂੰ ਤਾਂ ਮੰਨਣਾ ਹੀ ਕੀ ਹੈ। ਅਤੇ ਉਸ ਤੋਂ ਬਾਅਦ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਸੀ ਨਾ, ਜਦੋਂ ਉਹਨਾਂ ਨੂੰ ਪੁੱਛਿਆ ਵੀ ਮੇਰੇ ਚਾਰੋਂ ਲਾਲ ਕਿੱਥੇ ਗਏ, ਉਹਨਾਂ ਨੇ ਕਿਹਾ ਆ ਜਿਹੜੇ ਪਏ ਆ ਜਿੰਨੇ ਵੀ ਖੜੇ ਆ ਇਹ ਸਾਰੇ ਹੀ ਮੇਰੇ ਲਾਲ ਨੇ, ਦੇਖ ਲਓ ਕਿਹੜਾ ਤੁਹਾਡਾ, ਆਹੀ ਕਿਹਾ ਸੀ ਉਹਨਾਂ ਨੇ। ਅਤੇ ਅੱਜ ਇਹ ਜਿਹੜੀ ਗੱਲਾਂ ਕਰਦੇ ਨੇ ਕਾਂਗਰਸ ਵਾਲੇ ਕਿ ਅਸੀਂ ਦਲਿਤ ਬਣਾਤਾ, ਅਸੀਂ ਹਿੰਦੂ ਨੂੰ ਨਹੀਂ ਬਣਾਉਣਾ, ਅਸੀਂ ਉਸ ਨੂੰ ਨਹੀਂ ਬਣਾਉਣਾ, ਮੈਂ ਨਹੀਂ ਇਹ ਕਹਿੰਦਾ, ਉਹਨਾਂ ਦੀ ਪਾਰਟੀ ਦੇ ਲੀਡਰ ਹੀ ਉਸ ਨੂੰ ਕਹਿ ਰਹੇ ਕਿ ਤੁਸੀਂ ਗਲਤ ਕਿਹਾ, ਵਰਨਾ ਉਹ ਸੁਨੀਲ ਜਾਖੜ ਕਹਿ ਰਹੇ ਆ, ਬਾਕੀ ਲੋਕ ਵੀ ਗੱਲ ਉਠਾ ਰਹੇ ਆ। ਇਹ ਗੱਲਾਂ ਸਮਾਜ 'ਚ ਵੰਡੀਆਂ ਨਹੀਂ ਪਾਉਣੀਆਂ ਚਾਹੀਦੀਆਂ। ਹਾਂ, ਦਲਿਤ ਨੂੰ ਬਣਾਇਆ, ਬੜੀ ਅੱਛੀ ਗੱਲ ਕੀਤੀ, ਅਸੀਂ ਉਹਦੇ ਸਮਰਥਕ ਹਾਂ, ਬਣਾਉਣਾ ਚਾਹੀਦਾ ਸੀ, ਪਰ ਦਲਿਤ ਜਾਂ ਸਿੱਖ ਜਾਂ ਹਿੰਦੂ ਜਾਂ ਮੁਸਲਿਮ ਜਿਹੜਾ ਵੀ ਹੈ ਉਹਦੀ ਯੋਗਤਾ ਦੇ ਹਿਸਾਬ ਨਾਲ ਹੋਵੇ, ਉਹ ਪਰਫਾਰਮ ਕਰ ਸਕੇ। ਇਹ ਅਸੀਂ ਕਾਮਨਾ ਕਰਦੇ ਹਾਂ ਕਿ ਚੰਨੀ ਜੀ ਸ਼ਾਇਦ ਪਰਫਾਰਮ ਕਰ ਦੇਣਗੇ, ਪਰ ਮੈਨੂੰ ਨਹੀਂ ਲੱਗਦਾ ਕਿ ਬਹੁਤ ਘੱਟ ਟਾਈਮ ਰਹਿ ਗਿਆ ਅਤੇ ਇਹ ਇੱਕ ਤਰ੍ਹਾਂ ਨਾਲ ਪਰਫਾਰਮ ਕਰ ਸਕਣਗੇ ਕੋਈ ਵੀ। ਇਹ ਕੁਰਸੀ ਦੀ ਲੜਾਈ ਹੈ, ਇਹ ਕਾਂਗਰਸ ਜਿਹੜੀ ਲੜ ਰਹੀ ਹੈ, ਪਰ ਚੰਨੀ ਜੀ ਨੂੰ ਵਧਾਈ ਅਤੇ ਉਹ ਆਪਣੀ ਮਜ਼ਬੂਤੀ ਦਿਖਾਉਣ, ਅਸੀਂ ਤੈਅ ਕਰਾਂਗੇ। ਸੋ ਇਹ ਸਨ ਸਾਡੇ ਨਾਲ ਭਾਰਤੀ ਜਨਤਾ ਪਾਰਟੀ ਦੇ ਲੀਡਰ ਹਰਜੀਤ ਸਿੰਘ ਗਰੇਵਾਲ, ਜਿਨ੍ਹਾਂ ਨੇ तमाम ਸਵਾਲਾਂ ਦੇ ਜਵਾਬ ਦਿੱਤੇ। ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਬਾਈ ਦੇ ਅਖਾੜਾ ਵਿੱਚ ਇੱਕ ਹੋਰ ਨਵੀਂ ਸ਼ਖਸੀਅਤ ਦੇ ਨਾਲ। ਸਰ, ਬਹੁਤ ਬਹੁਤ ਧੰਨਵਾਦ ਆਪਣਾ ਕੀਮਤੀ ਸਮਾਂ ਕੱਢਣ ਦੇ ਲਈ। ਤਦ ਤੱਕ ਤੁਸੀਂ ਬਣੇ ਰਹੋ ਸਾਂਝਾ ਟੀਵੀ ਦੇ ਨਾਲ, ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।